ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਸਿਆਸਤ ਰੋਜ਼ ਨਵੇਂ ਮਸਲੇ ਖੜੇ ਕਰਦੀ ਹੈ, ਅਖਬਾਰਾਂ ਨੂੰ ਨਿਤ ਨਵੀਆਂ ਸੁਰਖੀਆਂ ਦਿੰਦੀ ਹੈ। ਉਸੇ ਵੈਨ ਵਿੱਚ ਟੀਵੀ ਦੇ ਡਿਬੇਟ ਵੀ ਤੁਰ ਪੈਂਦੇ ਨੇ। ਅਸੈਂਬਲੀ ਇਲੈਕਸ਼ਨ ਦੇ ਨਤੀਜੇ ਆ ਗਏ, ਕਰੋ ਡਿਬੇਟ। ਮੋਦੀ ਜੀ ਦਾ ਕੀ ਬਣੂ? ਕਰਜ਼ਾ ਮੁਆਫ ਹੋ ਗਿਆ, ਕਰੋ ਡਿਬੇਟ। ਯੋਗੀ ਜੀ ਨੇ ਫਿਰ ਮੰਦਿਰ ਦੀ ਗੱਲ ਕਰ ਦਿੱਤੀ ਹੈ, ਕਰੋ ਡਿਬੇਟ। ਅਮਿਤ ਸ਼ਾਹ ਜੀ ਨੇ ਸੁਪਰੀਮ ਕੋਰਟ ਦੇ ਬਾਰੇ ਹੁਣ ਕੁਝ ਕਹਿ ਦਿੱਤਾ ਹੈ। ਉਹ ਰਫੇਲ ਜਹਾਜ਼ ਰਾਜਨੀਤੀ ਉੱਤੇ ਬੰਬ ਸੁੱਟੇਗਾ ਕਿ ਨਹੀਂ? ਅੱਛਾ, ਇੱਥੇ ਪੰਜਾਬ 'ਚ ਅੱਜ ਲਾਂਘਾ ਖੁੱਲ੍ਹਿਆ, ਅੱਜ ਨਵਜੋਤ ਸਿੱਧੂ ਦਾ ਪੰਗਾ ਪੈ ਗਿਆ। ਹੁਣ ਬਰਗਾੜੀ ਮੋਰਚਾ ਲੱਗ ਗਿਆ, ਹੁਣ ਬਰਗਾੜੀ ਮੋਰਚਾ ਹਟ ਗਿਆ, ਹੁਣ ਫੇਰ ਲੱਗ ਗਿਆ। ਦਰਅਸਲ ਸਿਆਸਤ ਇੰਨੀ ਮਸਨੂਈ ਨਹੀਂ ਹੁੰਦੀ, ਇੰਨੀ ਥੋੜ੍ਹੀ ਚਿਰੀ, ਇੰਨੀ ਆਰਟੀਫਿਸ਼ੀਅਲ ਚੀਜ਼ ਨਹੀਂ ਹੈ। ਪੋਲੀਟਿਕਸ ਗੰਭੀਰ ਖੇਡ ਹੈ। ਨਿਤ ਦਿਨ ਦੀ ਗਰਮਾ ਗਰਮ ਸੁਰਖੀ ਵਾਲੀ ਪੱਤਰਕਾਰੀ ਤੋਂ ਜਾ ਕੇ ਅੱਗੇ ਗੱਲ ਕਰਨ ਦੀ ਲੋੜ ਹੈ। ਇਸੇ ਲਈ ਅਸੀਂ ਅੱਜ ਦਾਵਤ ਦਿੱਤੀ ਹੈ ਡਾਕਟਰ ਪ੍ਰਮੋਦ ਕੁਮਾਰ ਜੀ ਨੂੰ। ਡਾਕਟਰ ਪ੍ਰਮੋਦ ਕੁਮਾਰ ਜੀ ਪਬਲਿਕ ਇੰਟੈਲੈਕਚੁਅਲ ਨੇ, ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਡਾਇਰੈਕਟਰ ਨੇ ਤੇ ਇੱਕ ਲੰਬੇ ਸਮੇਂ ਤੋਂ ਸਿਆਸਤ ਦੀਆਂ ਰਾਜਨੀਤਿਕ, ਸਮਾਜਿਕ, ਆਰਥਿਕ ਤਹਿਆਂ ਨੂੰ ਚੰਗੀ ਤਰ੍ਹਾਂ ਪੜ੍ਹਦਿਆਂ ਹੋਇਆਂ ਇਹ ਸਮਾਜ ਨਾਲ ਕੀ ਕਰਦੀ ਹੈ, ਸਾਡੀ ਰਾਜਨੀਤੀ ਨਾਲ ਕੀ ਕਰਦੀ ਹੈ ਤੇ ਸਾਡੀ ਜੀਵਨ ਸ਼ੈਲੀ ਨਾਲ ਕੀ ਕਰਦੀ ਹੈ, ਇਸ ਨੂੰ ਬੜੀ ਨੇੜਿਓਂ ਨਜਿੱਠਦੇ ਆ ਰਹੇ ਨੇ। ਇਸ ਲਈ ਡਾਕਟਰ ਪ੍ਰਮੋਦ ਕੁਮਾਰ ਜੀ, ਅਸੀਂ ਤੁਹਾਡਾ ਸਵਾਗਤ ਹੈ ਤੇ ਸਮਾਂ ਕੱਢਣ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਨੂੰ ਡਿਬੇਟ ਵਿੱਚ ਲਿਆਉਣਾ ਵੀ ਇੱਕ ਕੰਮ ਹੁੰਦਾ, ਮੈਂ ਇਹ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਵੀ ਮੈਨੂੰ ਪਰਦੇ ਦੇ ਪਿੱਛੇ ਕਰਨਾ ਪੈਂਦਾ। ਬਟ ਨਾਓ ਦੈਟ ਯੂ ਆਰ ਹੇਅਰ, ਅਸੀਂ ਜਿਹੜੇ ਜਲਦੀ ਨਾਲ ਰਿਜ਼ਲਟ ਪੜ੍ਹਦਿਆਂ ਹੁਣੇ ਅਸੀਂ ਦੇਖਿਆ ਕਿ ਅਸੈਂਬਲੀ ਇਲੈਕਸ਼ਨਾਂ ਦੇ ਰਿਜ਼ਲਟ ਆ ਗਏ ਨੇ ਤੇ ਇੰਜ ਜਾਪਦਾ ਕੋਈ ਅਣਹੋਣੀ ਹੋ ਗਈ। ਦੇਖੋ, ਹਿੰਦੀ ਹਰਟ ਬੈਲਟ ਦੇ ਵਿੱਚ ਇੱਕ ਤੋਂ ਬਾਅਦ ਇੱਕ ਅਸੀਂ 3 ਚੀਫ ਮਿਨਿਸਟਰ ਬਿਠਾ ਦਿੱਤੇ ਨੇ ਤੇ ਹੁਣ ਜੀ ਮੋਦੀ ਸਾਹਿਬ ਦਾ ਕੀ ਬਣੇਗਾ 2019 ਦੇ ਵਿੱਚ? ਹੁਣ ਕੀ ਅਮਿਤ ਸ਼ਾਹ ਦਾ ਜਾਦੂ ਚੱਲੇਗਾ? ਕੀ ਛੇਤੀ ਨਾਲ ਇਹਨਾਂ ਚੀਜ਼ਾਂ ਤੋਂ 2019 ਨੂੰ ਪੜ੍ਹਿਆ ਜਾ ਸਕਦਾ ਹੈ? ਮੇਰੇ ਬਹੁਤ ਸਾਰੇ ਆਡੀਅנס ਨੂੰ ਲੱਗੇਗਾ ਕਿ ਜੇ ਸਿਆਸਤ ਤੇ ਡਿਬੇਟ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਪੁੱਛ ਲਵੋ ਕਿ 2019 ਦਾ ਨਤੀਜਾ ਤੁਹਾਨੂੰ ਇਹਦੇ 'ਚੋਂ ਦਿਖਾਈ ਦਿੰਦਾ। ਸੋ ਲੈਟ ਮੀ ਸਟਾਰਟ ਵਿਦ ਅ ਵੈਰੀ ਕਲੀਸ਼ੇਡ ਕੁਐਸਚਨ। ਦੇਖੋ, ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਕਿ 2019 'ਚ ਕੀ ਹੋਏਗਾ, ਜੇ ਮੈਂ ਇਹਨੂੰ ਸੀਰੀਅਸਲੀ ਇਹਦੇ ਬਾਰੇ ਵਿਚਾਰ ਕਰਕੇ ਤੁਹਾਨੂੰ ਦੱਸਾਂ ਕਿ ਕੁਝ ਵੀ ਨਹੀਂ ਹੋਏਗਾ। ਕੁਝ ਚਿਹਰੇ ਬਦਲ ਜਾਣਗੇ। ਜਿਹੜੀ ਇੱਕ ਪਾਰਟੀ ਹੈ ਉਹਦੇ ਜੇ ਮੋਦੀ ਜੀ ਉਹਨੂੰ ਲੀਡ ਕਰਦੇ ਨੇ ਤੇ ਉਹਨੂੰ ਕੋਈ ਹੋਰ ਆਏਗੀ ਪਾਰਟੀ ਜਿਹਨੂੰ ਰਾਹੁਲ ਜੀ ਲੀਡ ਕਰ ਲੈਣਗੇ ਜਾਂ ਕੋਈ ਕਰ ਲੈਣਗੇ। ਦੈਟਸ ਅ ਡਿਸਇੰਟਰਸਟਿਡ ਵਿਊ ਆਫ ਪੋਲਿਟਿਕਸ। ਰਾਜਨੀਤੀ ਵਿੱਚ ਇਹਦੇ ਨਾਲ ਫਰਕ ਪੈਂਦਾ ਤੇ ਵੱਡਾ ਫਰਕ ਪੈਂਦਾ, ਔਰ ਇਹਦੇ 'ਚ ਫਰਕ ਪੈਂਦਾ ਹੈ ਪਰ ਇੰਨਾ ਵੱਡਾ ਵੀ ਫਰਕ ਨਹੀਂ ਪੈਂਦਾ। ਮੈਂ ਜੇ 2014 ਵਿੱਚ ਇੰਨਾ ਨਕਸ਼ਾ ਬਦਲ ਗਿਆ ਦੇਸ਼ ਦਾ ਤਾਂ 2019 ਵਿੱਚ ਕੀ ਵਾਪਸ ਬਦਲੇਗਾ? ਦੇਖੋ, ਮੈਨੂੰ 2014 'ਚ ਮੈਨੂੰ ਨਕਸ਼ਾ ਦੇਸ਼ ਦਾ ਬਦਲਿਆ ਨਜ਼ਰ ਨਹੀਂ ਆਉਂਦਾ। ਕੁਝ ਆਸਪੈਕਟ ਕੁਆਲਿਟੇਟਿਵ ਫਰਕ ਆਇਆ ਸੀ। ਨਹੀਂ, ਮੈਂ ਜਿਹੜੀ ਗੱਲ ਕਹਿਣਾ ਚਾਹ ਰਿਹਾ ਕਿ ਇਹਦੀਆਂ ਕਈ ਪਰਤਾਂ ਨੇ। ਇੱਕ ਪਰਤ ਉਹ ਹੈ ਜਿਹੜੀ ਕਿ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਨਾਲ ਜੁੜੀ ਹੋਈ, ਜੀਣ ਤੇ ਮਰਨ ਦੇ ਮਸਲੇ ਨੇ, ਇਕਨੋਮੀ ਨਾਲ ਜੁੜੇ ਹੋਏ। ਮੈਂ ਸਮਝਦਾ ਵੀ ਜਿੰਨੀਆਂ ਦੋਨੋਂ ਪਾਰਟੀਆਂ ਔਰ ਉਹਦੇ ਨਾਲ ਜੁੜੀਆਂ ਹੋਈਆਂ ਬਾਕੀ ਸਾਰੀਆਂ ਪਾਰਟੀਆਂ, ਕਾਫੀ ਪਾਰਟੀਆਂ ਲੈਫਟ ਨੂੰ ਛੋੜ ਕੇ, ਉਹਨਾਂ ਦਾ ਕੰਸੈਂਸਸ ਇਸੇ ਰਸਤੇ ਤੇ ਜਿਹੜੇ ਅਸੀਂ ਜਾ ਰਹੇ ਹਾਂ ਉੱਤੇ ਬਣਿਆ ਹੋਇਆ, ਵਫਕ ਰਫਤਾਰ ਨਾਲ ਸਹੀ, ਵਫਕ ਰਫਤਾਰ ਨਾਲ ਸਹੀ। ਔਰ ਮੈਂ ਜੇ ਇਹਦੇ 'ਚ ਇੱਕ ਗੱਲ ਕਹਾਂ ਕਿ ਜੇ ਮੈਂ ਇਸ 2014 ਦੇ ਫੇਜ਼ ਨੂੰ ਐਨਾਲਾਈਜ਼ ਕਰਾਂ, ਮੈਂ ਬੜੇ ਆਰਾਮ ਨਾਲ ਕਹਿ ਸਕਦਾ ਕਿ ਮੋਦੀ ਜੀ ਨੇ ਐਫੀਸ਼ੀਐਂਟਲੀ, ਇਫੈਕਟਿਵਲੀ ਮਨਮੋਹਨ ਸਿੰਘ ਜੀ ਦੀ ਪਾਲਿਸੀਜ਼ ਨੂੰ ਇੰਪਲੀਮੈਂਟ ਕੀਤਾ। ਤੇ ਜੇ ਹੁਣ ਰਾਹੁਲ ਜੀ ਆ ਜਾਣਗੇ ਤਾਂ ਫਿਰ ਉਹ ਮੋਦੀ ਜੀ ਦੀਆਂ ਪਾਲਿਸੀਜ਼ ਨੂੰ ਥੋੜਾ ਜਿਹਾ ਸਮਾਜ ਵਾਲੇ ਪਾਸਿਓਂ ਧਿਆਨ ਰੱਖ ਕੇ ਕਿ ਵਿੱਚ ਗਾਂ ਦੀ ਗੱਲ ਘੱਟ ਕਰੋ, ਮੰਦਿਰ ਦੀ ਗੱਲ ਘੱਟ ਕਰੋ ਤੇ ਵਿੱਚ ਮਨਰੇਗਾ ਦੇ ਪੈਸੇ ਵਧਾ ਦਿਓ ਤੇ ਪਾਲਿਸੀਜ਼ ਇਹੀ ਅੱਗੇ ਚਲਾਉਣਗੇ। ਇਸ ਲਈ ਮੈਂ ਇਹਦੇ ਨਾਲ ਜਿਹੜੀ ਅੱਗੇ ਗੱਲ ਜੋੜ ਰਿਹਾ ਸੀ ਕਿ ਜੇ ਇਹਨੂੰ ਆਪਾਂ ਹੋਰ ਸਿੰਪਲੀਫਾਈ ਕਰ ਦਈਏ ਕਿ ਜਿਵੇਂ ਕਰਜ਼ੇ ਮਾਫੀ ਦੀ ਗੱਲ ਹੁੰਦੀ ਹੈ ਕਿਸਾਨਾਂ ਦੇ, ਬਿਲਕੁਲ ਦਿਸ ਦ ਨੈਕਸਟ ਹੌਟ ਬਟਨ ਇਸ਼ੂ ਅਜੇ ਹੈ। ਔਰ ਮਨਮੋਹਨ ਸਿੰਘ ਜੀ ਨੇ ਜਦੋਂ ਪ੍ਰਧਾਨ ਮੰਤਰੀ ਸੀ ਕਾਂਗਰਸ ਦੇ ਰਜੀਮ 'ਚ 70,000 ਕਰੋੜ ਦਾ ਕਰਜ਼ਾ ਕਿਸਾਨਾਂ ਦਾ ਮਾਫ ਕੀਤਾ। 71,000 ਕਰੋੜ, ਬਿਲਕੁਲ 71,000 ਕਰੋੜ ਦਾ ਜੀ। ਔਰ ਉਹਦੇ ਕਰਕੇ ਦੂਜੀ ਟਰਮ ਕਹਿੰਦੇ ਨੇ ਕਿ ਇਲੈਕਸ਼ਨ ਵੀ ਜਿੱਤੇ ਉਹ। ਹੁਣ ਫਿਰ ਹੋਈ ਕਰਜ਼ੇ ਮਾਫੀ ਦੀ ਗੱਲ, ਉਦੋਂ ਵੀ ਗੱਲ ਹੋਈ, ਹੁਣ ਵੀ ਗੱਲ ਹੋਈ। ਸੋ ਦੈਟ ਇਜ਼ ਬਿਕਾਜ਼ ਉਸ ਵੇਲੇ ਵੀ ਫਾਰਮਰਸ ਦੀ ਕੰਡੀਸ਼ਨ ਬਹੁਤ ਖਰਾਬ ਸੀ, ਅੱਜ ਵੀ ਕਿਸਾਨ ਦੀ ਹਾਲਤ ਖਰਾਬ ਹੈ। ਔਰ ਉਹਦੇ ਬਾਰੇ ਲੌਜਿਕ ਇਹ ਦਿੱਤਾ ਗਿਆ ਕਿ ਜੀ ICU 'ਚ ਕਿਸਾਨ ਹੈ ਤੇ ਇਸ ਕਰਕੇ ਉਹਨੂੰ ਇੱਕ ਵੈਂਟੀਲੇਟਰ ਲਾਉਣਾ ਜ਼ਰੂਰੀ ਹੁੰਦਾ। ਵੀ ਇੰਨੇ ਸਾਲ ਤੁਸੀਂ ਉਹਨੂੰ ਵੈਂਟੀਲੇਟਰ ਹਟਾਉਣ ਲਈ ਕੁਝ ਕੀਤਾ ਵੀ ਨਹੀਂ, ਵੀ ਹੁਣ ਕੀ ਵੈਂਟੀਲੇਟਰ ਕਿਵੇਂ ਹਟੇਗਾ ਕਿਸਾਨ ਦਾ, ਇਹਦੇ ਬਾਰੇ ਤੁਹਾਡੀ ਕੀ ਪਾਲਿਸੀਜ਼ ਹੈ? ਕੀ ਉਹਦੇ ਬਾਰੇ ਪੋਲੀਟੀਕਲ ਪਾਰਟੀ ਦਾ ਆਪਣੇ ਬਾਰੇ ਕੋਈ ਉਹਨਾਂ ਨੇ ਕੰਸੈਂਸਸ ਬਣਾਇਆ ਜਾਂ ਅਲੱਗ-ਅਲੱਗ ਪਾਰਟੀਆਂ ਦੀ ਕੋਈ ਸੋਚ ਹੈ? ਮੈਨੂੰ ਕੋਈ ਸੋਚ ਨਜ਼ਰ ਨਹੀਂ ਆਉਂਦੀ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਦੋਨੋਂ ਪਾਰਟੀਆਂ, ਮੇਨ ਪਾਰਟੀਆਂ ਔਰ ਬਾਕੀ ਰੀਜਨਲ ਪਾਰਟੀਆਂ ਵੀ, ਉਹ ਇੱਕ ਪਾਪੂਲਿਸਟ ਪੋਲਿਟਿਕਸ ਜਿਹੜਾ ਹੈਗਾ ਉਹਦੇ ਨਾਲ ਜੁੜ ਕੇ ਰਹਿ ਗਈਆਂ ਨੇ। ਮੈਂ ਇਲੈਕਸ਼ਨ ਟਾਈਮ ਤੇ ਸਿੰਪਲੀਫਾਈਡ ਢੰਗ ਨਾਲ ਪੜ੍ਹਨ ਤੇ ਕੀ ਤੁਸੀਂ ਇਹ ਕਹਿ ਰਹੇ ਹੋ ਕਿ 2019 ਵਿੱਚ ਕਰਜ਼ਾ ਮਾਫੀ ਇੱਕ ਵੱਡਾ ਇਸ਼ੂ ਹੋਵੇਗਾ
ਤੇ 2024 ਦੇ ਵਿੱਚ ਵੀ ਕਰਜ਼ਾ ਮਾਫੀ ਇੱਕ ਵੱਡਾ ਇਸ਼ੂ ਹੋਵੇਗਾ, ਵੱਡਾ ਇਸ਼ੂ, ਕਿਉਂਕਿ ਕਿਸਾਨੀ ਦਾ ਜਿਹੜਾ ਇੱਕ ਮੁੱਦਾ ਹੈ, ਮੈਂ ਜੇ ਪੰਜਾਬ ਦਾ ਪਿੱਛੋਂ ਐਗਜ਼ਾਮਪਲ ਲੈ ਕੇ ਦੇਖਾਂ ਕਿ 1966 ਚ ਗ੍ਰੀਨ ਰੈਵੋਲੂਸ਼ਨ ਆਇਆ ਜੀ, 76 ਤੱਕ ਪਹੁੰਚਦੇ ਅਸੀਂ ਆਪਣਾ ਡਿਬੇਟ ਕਰਨ ਲੱਗ ਗਏ ਕਿ ਟਰਮਸ ਆਫ ਟ੍ਰੇਡ ਐਗਰੀਕਲਚਰ ਦੀਆਂ ਅਨਫੇਵਰੇਬਲ ਨੇ, ਉਹਨੂੰ ਫੇਵਰੇਬਲ ਬਣਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੁਣ ਕਿ ਐਗਰੀਕਲਚਰ ਅੱਗੇ ਹੋਰ ਵੱਧ ਕੇ ਅੱਗੇ ਆ ਸਕੇ। ਔਰ ਮੈਨੂੰ ਯਾਦ ਹੈ ਉਦੋਂ ਆਪਾਂ ਗੱਲ ਕਰਦੇ ਹੁੰਦੇ ਸੀ ਵੀ ਐਗਰੀਕਲਚਰ 'ਚ ਇਨਵੈਸਟਮੈਂਟ ਵਧਾਉਣੀ ਚਾਹੀਦੀ ਹੈ, ਜੇ ਵਧਾਵਾਂਗੇ ਤੇ ਉਹਦੇ ਨਾਲ ਹੀ ਕਿਸਾਨੀ ਦਾ ਹੋਏਗਾ, ਫਾਰਵਰਡ ਲਿੰਕੇਜ ਬਿਲ ਕਰੋ, ਉਹਦੇ ਨਾਲ ਐਗਰੋ ਇੰਡਸਟਰੀ ਲਾਓ, ਇਹ ਸਾਰੇ ਮਾਰਕੀਟ ਲਿੰਕੇजेस, ਕੋਲਡ ਸਟੋਰ ਚੇਂਜਸ, ਡਾਈਵਰਸਿਫਿਕੇਸ਼ਨ, ਇਹ ਸਾਰੇ ਰੂਟ ਤੋਂ ਸ਼ੁਰੂ ਹੋਇਆ। ਉਦੋਂ ਚਲਦੇ ਫਿਰ ਪੰਜਾਬ ਚਲੋ ਟੈਰਰਿਜ਼ਮ ਦਾ ਇੱਕ ਫੇਜ਼ ਆਇਆ, ਪਰ 1998 ਚ ਅਸੀਂ ਇੱਕ ਰਿਪੋਰਟ ਲਿਖਤੀ, ਹੋਰ ਬੜਿਆਂ ਨੇ ਲਿਖਤੀ, ਫਾਰਮਰ ਸੁਸਾਈਡ ਤੇ, ਬਿਲਕੁਲ ਹੈ ਹੁਣ ਅੱਜ ਵੀ ਉਹੀ ਫਾਰਮਰ ਸੁਸਾਈਡ ਦਾ ਡਿਬੇਟ ਹੈ, ਉਹਦੇ ਨਾਲ ਵੀ ਡੈਟ ਦਾ ਡਿਬੇਟ ਹੈ। 1998 ਹੁਣ 1995 96 97 98 ਸੋ ਅਸੀਂ ਉਹੀ ਗੱਲ ਕਰ ਰਹੇ ਹਾਂ 70ਵਿਆਂ ਦੇ ਮੱਧ ਤੋਂ ਲੈ ਕੇ ਹੁਣ ਤੱਕ, ਅੱਜ ਅਸੀਂ ਉਹੀ ਗੱਲ ਕਰ ਰਹੇ ਹਾਂ। ਔਰ ਹਰ ਕੋਲ ਜਸਟੀਫਿਕੇਸ਼ਨ ਉਸ ਸਰਕਾਰ ਨੂੰ ਦੇਖ ਕੇ ਹੈ, ਨਾ ਕਿ ਕਿਸਾਨ ਨੂੰ ਦੇਖ ਕੇ ਹੈ। ਕਿ ਅੱਜ ਮੈਂ ਮੋਦੀ ਜੀ ਨੂੰ ਨਹੀਂ ਪਸੰਦ ਕਰਦਾ ਤੇ ਮੈਨੂੰ ਇਹ ਲੱਗਦਾ ਹੈ ਕਿ ਕਰਜ਼ਾ ਮਾਫ ਕਰ ਦੇਣਾ ਠੀਕ ਗੱਲ ਹੈ, ਕਿਉਂਕਿ ਮੋਦੀ ਜੀ ਨਹੀਂ ਕਰ ਰਹੇ। ਔਰ ਜਦੋਂ ਮੋਦੀ ਜੀ ਕਰ ਰਹੇ ਹੁਣ ਕਰਜ਼ਾ ਮਾਫ, ਤੇ ਫਿਰ ਮੈਂ ਗੱਲ ਕਰਨੀ ਹੈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਿਉਂ ਨਹੀਂ ਇੰਪਲੀਮੈਂਟ ਹੋ ਰਹੀ? ਜੇ ਉਹ ਇੰਪਲੀਮੈਂਟ ਹੋ ਰਹੀ ਹੈ ਤੇ ਯੂਪੀ ਦੇ ਵਿੱਚ ਯੋਗੀ ਜੀ ਦੀ ਸਰਕਾਰ ਨੇ ਵੀ ਕੀਤਾ, ਦੇਵੇਂਦਰ ਫਡਵਾਨੀਸ ਨੇ ਵੀ ਕੀਤਾ ਮਹਾਰਾਸ਼ਟਰ 'ਚ, ਤੇ ਫਿਰ ਮੈਂ ਕਹਾਂਗਾ ਜੀ ਸਵਾਮੀਨਾਥਨ ਕਮੇਟੀ ਰਿਪੋਰਟ ਇੰਪਲੀਮੈਂਟ ਹੋਣੀ ਚਾਹੀਦੀ ਹੈ, ਉਹਦੇ ਨਾਲ MSP ਜ਼ਿਆਦਾ ਦੇਣੀ ਚਾਹੀਦੀ ਹੈ। ਜਦ ਹੁਣ ਇਹ ਇੱਕ ਅੱਗੇ ਤੋਂ ਅੱਗੇ ਗੱਲ ਹੈ, ਪਰ ਮੈਂ ਸਮਝਦਾ ਵੀ ਜਿਵੇਂ ਇਨਕਮ ਰੀਡਿਸਟ੍ਰੀਬਿਊਸ਼ਨ ਦਾ ਕੀ ਪੈਟਰਨ ਹੋਣਾ ਚਾਹੀਦਾ ਹੈ, ਕਿ ਇਸ ਜਿਹੜੇ ਰਸਤੇ 'ਚ ਅਸੀਂ ਚੱਲੇ ਹੋਏ ਹਾਂ, ਕਿ ਉਹਦੇ 'ਚ ਜਿਹੜੇ ਲੋਕ ਛੋਟਾ ਕਿਸਾਨ ਹੈ, ਇੱਕ ਖੇਤ ਮਜ਼ਦੂਰ ਹੈ, ਕਿ ਉਹਦਾ ਇਸ ਰਸਤੇ ਤੇ ਡਾਕਟਰ ਪ੍ਰਮੋਦ ਤੁਸੀਂ ਕੰਪੀਟੀਟਿਵ ਪਾਰਟੀਜ਼ਨ ਪੋਲਿਟਿਕਸ ਦੀ ਜਿਹੜੀ ਇਨਹੈਰੈਂਟ ਇੱਕ ਡਾਇਮੈਂਸ਼ਨ ਹੁੰਦੀ ਹੈ, ਉਹਦੀਆਂ ਇਨਹੈਰੈਂਟ ਬਣਤਰ ਹੈ, ਉਹਦਾ ਲੌਜਿਕ ਇਹ ਹੈ ਕਿ ਤੁਸੀਂ ਲਗਾਤਾਰ ਮੋਦੀ ਜੀ ਦਾ ਗੈਂਗ ਰਾਹੁਲ ਗਾਂਧੀ ਦੇ ਗੈਂਗ ਨੂੰ ਤੇ ਰਾਹੁਲ ਗਾਂਧੀ ਦਾ ਗੈਂਗ ਮੋਦੀ ਜੀ ਦੇ ਗੈਂਗ ਨੂੰ ਲਗਾਤਾਰ ਕ੍ਰਿਟਿਸਾਈਜ਼ ਕਰਦਾ ਰਹੇ, ਇਹਦੇ ਵਿੱਚੋਂ ਇਨਕਰੀਮੈਂਟਲ ਬੈਨੀਫਿਟ ਸਮਾਜ ਦੇ ਵੱਖ-ਵੱਖ ਹਿੱਸਿਆਂ ਲਈ ਆਉਂਦੇ ਨੇ, ਉਸ ਕੇਕ ਲਈ ਲੜਾਈ ਹੈ ਤੇ ਉਹਦੇ ਇਨਕਰੀਮੈਂਟਲ ਜਿਹੜੇ ਫਾਇਦੇ ਨੇ ਉਹ ਵੱਖ-ਵੱਖ ਚੀਜ਼ਾਂ ਨੂੰ ਪਹੁੰਚਦੇ ਰਹਿੰਦੇ ਨੇ। ਡੈਮੋਕ੍ਰੇਸੀ ਦੇ ਵਿੱਚ ਇਹ ਇੱਕ ਕੰਟੈਸਟਡ ਸਪੇਸ ਹੈ, ਤੁਸੀਂ ਇਹਨੂੰ ਇੰਨਾ ਛੋਟਾ ਕਿਉਂ ਕਰ ਰਹੇ ਹੋ ਕਿ ਜੀ ਇੱਕ ਚਿਹਰਾ ਚਲਾ ਜਾਏਗਾ ਦੂਸਰਾ ਚਿਹਰਾ ਆ ਜਾਏਗਾ? ਮੈਂ ਇੱਕ ਲੈਵਲ ਤੇ ਇਹਨੂੰ ਬਿਲਕੁਲ ਇਸ ਤਰ੍ਹਾਂ ਹੀ ਦੇਖਦਾ, ਜਿਹੜਾ ਮੈਂ ਤੁਹਾਨੂੰ ਸਿੱਧੀ ਗੱਲ ਕਹੀ ਹੈ ਕਿ ਜਿਹੜੇ ਰਸਤੇ ਤੇ ਪਏ ਆ ਉਹ ਰਸਤਾ ਡਿਵੈਲਪਮੈਂਟ ਦਾ ਜਿਹੜਾ ਹੈਗਾ ਉਹ 'ਚ ਕੰਸੈਂਸਸ ਹੈ, ਇੱਕੋ ਹੀ ਅੰਡਰਸਟੈਂਡਿੰਗ ਹੈ ਕਿ ਵੀ ਲੈਟਸ ਲੁੱਕ ਡਿਫਰੈਂਟ but that difference should not make a difference। ਆਪਾਂ ਇੱਕ ਤੁਹਾਡਾ ਕਿਵੇਂ ਫਰਕ ਆਉਣਾ ਕਾਮਰੇਡਾਂ ਨਾਲੋਂ ਜਿਹੜਾ ਲਾਲ ਝੰਡਾ ਲੈ ਕੇ ਸੜਕ ਤੇ ਆਉਂਦੇ ਨੇ ਤੇ ਕਹਿੰਦੇ ਨੇ ਇਹ ਦੋਵੇਂ ਇੱਕੋ ਜਿਹੇ ਨੇ ਸਾਥੀ, ਸਾਨੂੰ ਤਾਂ ਇਨਕਲਾਬ ਚਾਹੀਦਾ? ਹਾਂ ਬਿਲਕੁਲ। ਔਰ ਮੈਂ ਇਹ ਸਮਝਦਾ ਕਿ ਜਦੋਂ ਉਹ ਇੱਕ ਗੱਲ ਕਹਿੰਦੇ ਨੇ ਉਹ ਇੱਕ ਆਲਟਰਨੇਟ ਡਿਸਕੋਰਸ ਹੈ, ਉੱਤੇ ਮੈਂ ਆਉਣਾ। ਪਰ ਮੈਂ ਪਹਿਲੀ ਗੱਲ ਜਿਹੜੀ ਕਹਿਣਾ ਚਾਹ ਰਿਹਾ ਕਿ ਇੱਕ ਲੈਵਲ ਤੇ ਇਹ ਪਾਰਟੀਆਂ ਬਿਲਕੁਲ ਇੱਕੋ ਮੁੱਖ ਨੇ, ਕਿਉਂਕਿ ਅੱਜ ਤੁਸੀਂ ਇਹ ਦੇਖੋ ਵੀ ਸੈਕੂਲਰਿਜ਼ਮ ਦਾ ਡਿਬੇਟ ਉਹ 'ਚ ਸ਼ਿਵ ਸੈਨਾ ਮਹਾਗਠਬੰਧਨ ਬੜਾ ਖੁਸ਼ ਹੋਏਗਾ ਉਹਨੂੰ ਲੈ ਕੇ ਨਾਲ। ਹੁਣ ਸੈਕੂਲਰਿਜ਼ਮ ਕਿੱਥੇ ਗਿਆ? ਕਿਹੜਾ ਸੈਕੂਲਰਿਜ਼ਮ, ਕਿਹੜੀ ਲੈਂਪ ਪੋਸਟ ਸੈਕੂਲਰਿਜ਼ਮ ਦੀ? ਤੁਸੀਂ ਜਨੇਊ ਪਾ ਕੇ ਸੈਕੂਲਰਿਜ਼ਮ ਦੀ ਗੱਲ ਕਰਦੇ ਹੋ। ਇਹ ਹੁਣ ਇਹ ਕਿਹੜਾ ਸੈਕੂਲਰਿਜ਼ਮ ਹੈ, ਕਿਸ ਤਰ੍ਹਾਂ ਦਾ ਸੈਕੂਲਰਿਜ਼ਮ ਕਿੱਦਾਂ ਪਰਸਿਊ ਕੀਤਾ ਜਾ ਰਿਹਾ? ਮੈਂ ਸਿਰਫ ਇੱਕ ਗੱਲ ਇੰਡੀਅਨ ਸੂਟੇਬਲ ਸੈਕੂਲਰਿਜ਼ਮ ਹੈ। ਹਾਂ, ਇਸ ਕਰਕੇ ਜਿਹੜਾ ਇੱਕ ਪੋਪੂਲਿਸਟ ਪੋਲਿਟਿਕਸ ਜਿਹੜਾ ਕਿ ਇੱਕ ਪਾਥ ਆਫ ਡਿਵੈਲਪਮੈਂਟ ਤੋਂ ਨਿਕਲ ਕੇ ਆ ਰਿਹਾ, ਉਹ ਪਾਥ ਆਫ ਡਿਵੈਲਪਮੈਂਟ ਉਹ ਹੈ ਜਿਹਦੇ 'ਚ ਯੂਨੀਵਰਸਲਾਈਜੇਸ਼ਨ ਆਫ ਕੈਪੀਟਲ ਤਾਂ ਹੋਈ ਹੈ, ਪੈਸੇ ਦਾ ਤਾਂ ਯੂਨੀਵਰਸਲਾਈਜੇਸ਼ਨ ਹੋਈ ਹੈ, ਪਰ ਪ੍ਰੋਸਪੈਰਿਟੀ ਯੂਨੀਵਰਸਲਾਈਜ਼ ਨਹੀਂ ਹੋਈ, ਉਹ ਕੁਝ ਲੋਕਾਂ ਤੱਕ ਸੀਮਿਤ ਰਹਿ ਗਈ ਹੈ ਜਿਹੜਾ ਉਹਦਾ ਫਾਇਦਾ ਹੈ। ਔਰ ਉਹਦੇ ਨਾਲ ਜੇ ਤੁਸੀਂ ਇੱਕ ਹੋਰ ਗੱਲ ਦੇਖ ਲਓ ਕਿ ਵੀ ਇੱਕ ਜੇ ਅਸੀਂ ਸੋਚੀਏ ਵੀ ਕਾਮਨ ਕੋਈ ਕਲਚਰ ਉਹ 'ਚ ਬਿਲਡ ਹੋ ਗਿਆ ਹੋਵੇ ਕੈਪੀਟਲਿਜ਼ਮ 'ਚ, ਉਹ ਵੀ ਨਹੀਂ ਹੋਇਆ, ਕਿਉਂਕਿ ਜੇ ਐਸਪੀਰੇਸ਼ਨਲ ਕਲਾਸ ਜਿਹਨੂੰ ਪਿਛਲੇ ਇਲੈਕਸ਼ਨ 'ਚ ਮੋਬਿਲਾਈਜ਼ ਕੀਤਾ ਗਿਆ ਸੀ, ਮੈਂ ਇਲੈਕਸ਼ਨ ਨਾਲ ਜੇ ਜੋੜ ਦੇਵਾਂ, ਅੱਜ ਉਹ ਐਸਪੀਰੇਸ਼ਨਲ ਕਲਾਸ ਇੰਨੀ ਫਰਸਟ੍ਰੇਟਿਡ ਹੈ ਕਿਉਂਕਿ ਉਹਨੂੰ ਲੱਗਦਾ ਸਾਡੇ ਨਾਲ ਵਾਅਦੇ ਪੂਰੇ ਨਹੀਂ ਕੀਤੇ ਗਏ। ਅੱਛਾ, ਇੱਕ ਪਾਸੇ ਉਹਨਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਗਏ, ਦੂਜੇ ਪਾਸੇ ਉਹ ਐਸਪੀਰੇਸ਼ਨਲ ਕਲਾਸ ਜਿਹੜੀ ਸੀਗੀ, ਜਿਹੜੀ ਐਸਟੈਬਲਿਸ਼ ਕਲਾਸ ਸੀ, ਜਿਵੇਂ ਹਰਿਆਣੇ ਦਾ ਕਿਸਾਨ ਹੋ ਗਿਆ, ਉਹਨੇ ਵੀ ਜਾਟ ਐਜੀਟੇਸ਼ਨ ਲਾਂਚ ਕਰਤੀ, ਗੁਜਰਾਤ ਦੇ ਪਟੇਲ ਐਜੀਟੇਸ਼ਨ ਲਾਂਚ ਹੋ ਗਈ, ਔਰ ਇਸ ਤਰ੍ਹਾਂ ਜਿੱਥੇ ਅਲੱਗ-ਅਲੱਗ ਜਗ੍ਹਾ ਤੇ ਜਿਹੜੀ ਐਸਟੈਬਲਿਸ਼ ਕਲਾਸਿਸ ਸੀਗੀਆਂ ਉਹਨਾਂ ਨੇ ਵੀ ਇੱਕ ਐਜੀਟੇਸ਼ਨ ਲਾਂਚ ਕਰਤੀ ਕਿ ਜੇ ਐਸਪੀਰੇਸ਼ਨਲ ਕਲਾਸ ਨਾਲ ਤੁਸੀਂ ਜੁੜ ਰਹੇ ਹੋ ਤੇ ਸਾਡਾ ਕੀ ਬਣੇਗਾ? ਤੁਸੀਂ ਸਮਾਜ 'ਚ ਹੋਰ ਵੰਡ ਪਾਤੀ। ਸੋ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਹੋ ਤੁਸੀਂ ਸਮਾਜ 'ਚ ਵੰਡ ਪਾਉਂਦੇ ਹੋ। ਹੁਣ ਜਿਹੜਾ ਪ੍ਰੈਜ਼ੈਂਟ ਰਜੀਮ ਹੈ, ਮੈਂ ਉਹਦੇ ਨਾਲ ਜਿਹੜਾ ਡਿਫਰੈਂਸ ਹੈ ਜਿਹੜਾ ਆਉਣ ਵਾਲੇ ਰਜੀਮ ਨਾਲ, ਜੇ ਕਾਂਗਰਸ ਪਾਰਟੀ ਆਂਦੀ ਹੈ ਜਾਂ ਇਹ ਰਾਹੁਲ ਗਾਂਧੀ ਜੀ ਆਂਦੇ ਨੇ, ਉਹ 'ਚ ਇੱਕ ਬੜਾ ਵੱਡਾ ਇੱਕ ਡਿਫਰੈਂਸ ਹੈਗਾ। ਉਹ ਡਿਫਰੈਂਸ ਇਹ ਹੈ ਕਿ ਜਿਹੜਾ ਪ੍ਰੈਜ਼ੈਂਟ ਰਜੀਮ ਹੈ ਇਹਨੇ ਸਮਾਜ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਵੰਡ ਹੈ ਉਹਨੂੰ ਬੜਾ ਉਭਾਰਿਆ, ਉਹਨੂੰ ਇੰਨਾ ਬਲੇਟੈਂਟ ਬਣਾਤਾ, ਔਰ ਉਹਦੇ ਵਿੱਚ
ਸਾਫ਼ ਤੌਰ ਤੇ ਜਿਹੜੇ ਗਰੁੱਪ ਸੀ ਵੰਡੇ ਗਏ, ਜਿਵੇਂ ਹੁਣ ਕਿਹਾ ਗਿਆ ਹਿੰਦੂ ਸਿਵਲਾਈਜੇਸ਼ਨਲ ਸਿੰਬਲ ਜਿਹੜੇ ਨੇ ਗੀਤਾ, ਗੰਗਾ, ਯਮਨਾ, ਉਹਨਾਂ ਸਾਰਿਆਂ ਨੂੰ ਓਪਨਲੀ ਯੂਜ਼ ਕਰਨ ਲੱਗ ਗਿਆ, ਜਦਕਿ ਸਾਡੀ ਉਹ ਸਿਵਲਾਈਜੇਸ਼ਨ ਦਾ ਹਿੱਸਾ ਸੀ। ਅਸੀਂ ਰੋਜ਼ ਉਹਨਾਂ ਨੂੰ, ਹਾਂ ਕਾਓ ਜਿਹੜਾ ਡਿਵੀਸਿਵ ਹੈ, ਅਸੀਂ ਰੋਜ਼ ਉਹਨਾਂ ਨੂੰ ਜਿੰਦੇ ਆ, ਪਰ ਇਹਨਾਂ ਨੇ ਉਹਨੂੰ ਮੇਨ ਸਟ੍ਰੀਮ 'ਚ ਲੈ ਕੇ ਇੱਕ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ। ਦੂਜਾ ਇਹ ਡਿਫਰੈਂਟ ਕਿਵੇਂ ਹੈ? ਇਹ ਡਿਫਰੈਂਟ ਇਹ ਹੈ ਕਿ ਉਹ, ਜਿਵੇਂ ਮੈਂ ਇੱਕ ਲਾਈਨ ਅੰਗਰੇਜ਼ੀ ਦੀ ਇਸਤੇਮਾਲ ਕਰ ਲਵਾਂ ਕਿ ਸਾਡਾ ਜਿਹੜਾ ਫਿਊਚਰ ਹੈ ਸਾਡੇ ਪਾਸਟ 'ਚ ਹੈ, ਵੀ ਸਾਡਾ ਜਿਹੜਾ ਅਤੀਤ ਵਿੱਚੋਂ ਮਹਾਨਤਾ ਲੱਭ ਕੇ ਲਿਆਓ, ਅਤੀਤ ਚੋਂ ਮਹਾਨਤਾ ਲੱਭ ਕੇ ਆਓ, ਪਿੱਛੇ ਜਾ ਕੇ ਸੋਚੋ, ਰਿਸਰਚ ਪਿੱਛੇ ਦੇ ਕਰੋ। ਭਾਰਤ ਰਿਸ਼ੀਆਂ ਮੁਨੀਆਂ ਦਾ ਦੇਸ਼ ਸੀ ਤੇ ਦੁੱਧ ਦਹੀਂ ਦੀਆਂ ਨਦੀਆਂ ਵਗਦੀਆਂ ਸੀ, ਉਹ ਪਸੀ ਤੇ ਪਹਿਲਾਂ ਹੀ ਮਹਾਨ ਸੀ, ਇਹਨਾਂ ਨੇ ਖਰਾਬ ਕੀਤਾ 70 ਸਾਲਾਂ 'ਚ। ਬਿਲਕੁਲ, ਔਰ ਇਸ ਕਰਕੇ ਜੇ ਅਸੀਂ ਚੰਦਰਮਾ ਤੇ ਤਾਂ ਪਹਿਲੇ ਵੀ ਜਾ ਆਏ ਸੀ, ਪਰ ਹੁਣ ਮਤਲਬ ਹੁਣ ਅਸੀਂ ਮੰਗਲ ਗ੍ਰਹਿ ਤੇ ਯਾਨ ਭੇਜਦਾ। ਸੋ ਕਨੈਕਟ ਦਾ ਡਾਟਸ, ਅਸੀਂ ਦੁਬਾਰਾ ਮਹਾਨਤਾ, ਮੇਕ ਅਮਰੀਕਾ ਗ੍ਰੇਟ ਅਗੇਨ, ਇਹ ਮੇਕ ਇੰਡੀਆ ਗ੍ਰੇਟ ਅਗੇਨ ਵਾਲੀ ਪੋਲਿਟਿਕਸ ਹੈ। ਸੋ ਇਹ ਮੈਨੂੰ ਦੂਜੀ ਗੱਲ ਜਿਹੜੀ ਲੱਗਦੀ ਹੈ ਕਿ ਇਸ ਵਿਚਾਰਧਾਰਾ ਜਿਹੜੀ ਹੈ ਇਹ ਰੈਟਰੋਗ੍ਰੈਸਿਵ ਹੈ। ਤੀਜੀ ਗੱਲ ਜਿਹੜੀ ਵਿਚਾਰਧਾਰਾ ਦੇ ਨਾਲ ਮੈਨੂੰ ਲੱਗਦੀ ਹੈ, ਮੇਕ ਇਨ ਇੰਡੀਆ। ਆਪਾਂ ਇੱਕ ਫਰੀडम ਸਟਰਗਲ ਲਾਂਚ ਕੀਤੀ ਸੀ ਆਜ਼ਾਦੀ ਵੇਲੇ ਜੀ, ਕਿ ਜਿਹੜੇ ਅੰਗਰੇਜ਼ ਆਏ ਨੇ ਬਾਹਰੋਂ, ਈਸਟ ਇੰਡੀਆ ਕੰਪਨੀ ਆਈ ਹੈ, ਉਹਦੇ ਖਿਲਾਫ ਅਸੀਂ ਸਾਰੇ ਲਾਮਬੰਦ ਹੋਏ ਸੀ ਔਰ ਬੜੀ ਖੁਸ਼ੀ ਮਨਾਈਆਂ ਸੀ, ਆਜ਼ਾਦੀ ਮਿਲ ਗਈ। ਹੁਣ ਅਸੀਂ ਸਾਰੀ ਈਸਟ ਇੰਡੀਆ ਕੰਪਨੀ ਨੂੰ ਇੱਥੇ ਬੁਲਾ ਰਹੇ ਹਾਂ ਕਿ ਆਓ ਸਾਨੂੰ ਇੱਥੇ ਆ ਕੇ ਸਾਨੂੰ ਫਿਰ ਅਸੀਂ ਐਵੇਂ ਵਿਦੇਸ਼ੀ ਕੱਪੜੇ ਸਾੜੀ ਜਾਂਦੇ ਸੀ ਮਹਾਤਮਾ ਗਾਂਧੀ ਦੇ ਕਹੇ। ਹੁਣ ਅਸੀਂ ਇੱਕ ਸੈਕੰਡ ਫਰੀडम ਸਟਰਗਲ ਜੇ ਲਾਂਚ ਕਰਨ ਦੀ ਕੋਈ ਗੱਲ ਕਰਦਾ ਹੈ ਤੇ ਉਹਨੂੰ ਐਂਟੀ ਨੈਸ਼ਨਲ ਕਹਿਤਾ ਜਾਂਦਾ ਵੀ ਤੁਸੀਂ ਕਿੱਦਾਂ ਇਹਨੂੰ ਅਪੋਜ਼ ਕਰ ਸਕਦੇ ਹੋ। ਇਹ ਮੈਨੂੰ ਇਸ ਡਿਸਕੋਰਸ ਦੇ ਨਾਲ ਥੋੜਾ ਜਿਹਾ ਦਿੱਕਤ ਆਉਂਦੀ ਹੈ, ਔਰ ਇਸ ਕਰਕੇ ਮੈਂ ਸਮਝਦਾ, ਜਿਹੜਾ ਤੁਹਾਨੂੰ ਮੈਂ ਪਹਿਲੇ ਸ਼ੁਰੂ ਤੋਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇੱਕ ਲੈਵਲ ਤੇ ਤਾਂ ਪਾਰਟੀਆਂ ਸੇਮ ਨੇ, ਬਿਲਕੁਲ ਨਜ਼ਰ ਆਉਂਦੀਆਂ ਇਕੱਠੀਆਂ ਨੇ ਪਾਥ ਆਫ ਡਿਵੈਲਪਮੈਂਟ ਤੇ, ਪਰ ਦੂਜੇ ਲੈਵਲ ਤੇ ਜਦੋਂ ਇਹ ਪਾਥ ਆਫ ਡਿਵੈਲਪਮੈਂਟ ਦੇ ਉੱਪਰ ਉਹਨੂੰ ਕਿਸ ਤਰ੍ਹਾਂ ਬਲਰ ਕਰਦੀਆਂ ਇਨਇਕੁਐਲਿਟੀਜ਼ ਨੂੰ, ਮਿਟਾਉਂਦੀਆਂ ਨੇ, ਛੁਪਾਉਂਦੀਆਂ ਨੇ, ਉਹਦੇ 'ਚ ਕਹਿੰਦਾ ਸਭ ਕਾ ਸਾਥ ਸਭ ਕਾ ਵਿਕਾਸ, ਇਹ ਕਹਿ ਕੇ ਉਹਦੇ ਵਿੱਚ ਜਿਹੜੇ ਲੋਕ ਪਿਛੜੇ ਹੋਏ ਲੋਕ ਨੇ, ਦੂਜੇ ਲੋਕ ਨੇ, ਉਹ ਵਿਚਾਰੇ ਪਿਛੜੇ ਹੀ ਰਹਿ ਜਾਂਦੇ ਨੇ, ਕਿਉਂਕਿ ਸਭ ਕਾ ਸਾਥ ਕਿਹੜੇ ਸਭ। ਆਪਾਂ ਡਾਕਟਰ ਸਾਹਿਬ ਜੇ ਆਪਾਂ ਵਾਸ਼ਿੰਗਟਨ ਵਿੱਚ ਬੈਠ ਜਾਂਦੇ ਤੇ ਟਰੰਪ ਦੀ ਰਾਜਨੀਤੀ ਬਾਰੇ ਅੱਜ ਡਿਬੇਟ ਕਰ ਰਹੇ ਹੁੰਦੇ ਤਾਂ ਮੈਂ ਇਹੀ ਸਵਾਲ ਪੁੱਛਣੇ ਸੀ ਤੇ ਤੁਸੀਂ ਇਹੀ ਵਾਲੇ ਜਵਾਬ ਦੇਣੇ ਸੀ। ਸੋ ਕੀ ਲਾਰਜਲੀ ਇਹ ਸਾਡੇ ਸਮਿਆਂ ਦੀ ਜਿਹੜੀ ਅਸਲੀਅਤ ਹੈ ਰਾਜਨੀਤੀ ਦੀ, ਇਹ ਪੋਲਿਟਿਕਸ ਦਾ ਫੇਲਿਅਰ ਹੈ, ਡੈਮੋਕ੍ਰੇਸੀ ਦੇ ਇਸ ਮਾਡਲ ਦਾ ਫੇਲਿਅਰ ਹੈ, ਜਿਸ ਡੈਮੋਕ੍ਰੇਸੀ ਦਾ ਅਸੀਂ ਬੜਾ ਗੁਣਗਾਨ ਕਰਦੇ ਸੀ ਕਿ ਉਹਦੇ ਵਿੱਚ ਇੰਨੇ ਫ੍ਰੈਕਚਰਡ ਰਾਜਨੀਤੀ ਲਈ, ਇੰਨੀਆਂ ਫਿਸ਼ਰਸ ਲਈ, ਇੰਨੀਆਂ ਵੰਡੀਆਂ ਲਈ ਐਕਚੁਅਲੀ ਜਗ੍ਹਾ ਹੈ ਕਿ ਉਹਦੇ ਵਿੱਚ ਹਿਟਰਡ ਦੇ ਕੰਪੋਨੈਂਟ ਦੇ ਨਾਲ, ਹਿਟਰਡ ਦੀ ਡਾਇਮੈਂਸ਼ਨ ਦੇ ਨਾਲ ਇਲੈਕਸ਼ਨਾਂ ਜਿੱਤੀਆਂ ਜਾ ਸਕਦੀਆਂ ਨੇ, ਨਫ਼ਰਤੀ ਡਿਬੇਟ ਦੇ ਨਾਲ ਵੱਡਾ ਲੋਕਮਤ ਇਕੱਠਾ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਸਾਰਾ ਕੁਝ ਅਮਰੀਕਾ ਵਿੱਚ ਟਰੰਪ ਵੀ ਕਰ ਰਿਹਾ, ਇਹ ਸਾਰਾ ਕੁਝ ਇੱਥੇ ਵੀ ਹੋ ਰਿਹਾ, ਇਹ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਹੋ ਰਿਹਾ। ਤੇ ਜਿੱਥੇ ਡੈਮੋਕ੍ਰੇਸੀ ਨਹੀਂ ਹੈ ਉੱਥੇ ਸਟੇਬਿਲਿਟੀ ਵੀ ਦਿਖਾਈ ਦਿੰਦੀ ਹੈ, ਖੁਸ਼ਹਾਲੀ ਵੀ ਦਿਖਾਈ ਦਿੰਦੀ ਹੈ। ਤੇ ਬਹੁਤ ਸਾਰੇ ਲੋਕ ਚਾਈਨਾ ਦੀ ਐਗਜ਼ਾਮਪਲ ਬਾਰ-ਬਾਰ ਕੋਟ ਕਰਦੇ ਨੇ। ਕੀ ਐਬੀਰੇਸ਼ਨਸ ਨੇ ਡੈਮੋਕ੍ਰੇਸੀ ਦੇ ਮਾਡਲ ਦੇ ਵਿੱਚ, ਕਿ ਡੈਮੋਕ੍ਰੇਸੀ ਦੇ ਮਾਡਲ ਦੇ ਵਿੱਚ ਨੈਸੈਸਰਲੀ ਇਹ ਫਲਾਸ ਨੇ ਤੇ ਇਹਨਾਂ ਨਾਲ ਰਹਿਣਾ ਹੀ ਪਵੇਗਾ, ਸਮੇਂ-ਸਮੇਂ ਇਹ ਫੇਜ਼ਸ ਆਉਣਗੇ ਤੇ ਲੋਕਤੰਤਰ ਅਕਸਰ ਮਾਯੂਸ ਵੀ ਕਰੇਗਾ? ਦੇਖੋ, ਗੱਲ ਇਹ ਵੀ ਲੋਕਤੰਤਰ ਜਿਹੜਾ ਹੈਗਾ ਉਹ ਆਪਣੇ ਆਪ 'ਚ ਪੂਰਕ ਨਹੀਂ ਹੁੰਦਾ। ਲੋਕਤੰਤਰ ਦੇ ਵਿੱਚ ਕਿਸ ਤਰ੍ਹਾਂ ਦੀ ਵਿਚਾਰਧਾਰਾ ਆਪਸ 'ਚ ਕੰਪੀਟ ਕਰਦੀਆਂ ਨੇ, ਜਿਹਨੂੰ ਅਸੀਂ ਕਹਿੰਦੇ ਹਿਸਟੋਰੀਕਲ ਸਟਰਗਲ। ਹੁਣ ਇੱਕ ਵਿਚਾਰਧਾਰਾ ਤਾਂ ਇਹ ਹੈ ਜਿਹੜੀ ਤੁਸੀਂ ਦੱਸੀ ਹੈ, ਦੂਜੀ ਵਿਚਾਰਧਾਰਾ ਉਸੇ ਡੈਮੋਕ੍ਰੇਸੀ ਦੇ ਵਿੱਚੋਂ ਹੀ ਪਨਪ ਕੇ ਆਉਂਦੀ ਹੈ ਜਿਹੜੀ ਇਹਨਾਂ ਸਾਰਿਆਂ ਨੂੰ ਕੁਐਸਚਨ ਕਰਦੀ ਹੈ ਔਰ ਨਵੀਂ ਇੱਕ ਸਾਫ਼ ਸੁਥਰੀ ਸੋਚ ਹੈ ਉਹਨੂੰ ਅੱਗੇ ਲਿਆਉਣ ਦੀ ਗੱਲ ਕਰਦੀ ਹੈ। ਤੇ ਇਸ ਕਰਕੇ ਮਾਯੂਸ ਹੋਣ ਦੀ ਕੋਈ ਇੰਨੀ ਲੋੜ ਨਹੀਂ ਹੈ, ਕਿਉਂਕਿ ਜੇ ਇਸੇ ਡੈਮੋਕ੍ਰੇਸੀ 'ਚ ਨਿਕਲ ਕੇ ਲੈਟਿਨ ਅਮਰੀਕਾ ਦੇ ਕਈ ਕੰਟਰੀਆਂ 'ਚ ਪ੍ਰੋਗਰੈਸਿਵ ਰਾਜਨੀਤੀ ਵੀ ਆਈ ਹੈ, ਅੱਗੇ ਵਧੂ ਰਾਜਨੀਤੀ ਵੀ ਆਈ ਹੈ, ਸਾਡੀ ਵੀ ਡੈਮੋਕ੍ਰੇਸੀ 'ਚ ਅੱਗੇ ਵਧੇ ਰਾਜਨੀਤੀ ਇਸੇ ਪ੍ਰੋਸੈਸ 'ਚੋਂ ਨਿਕਲ ਕੇ ਆਉਂਦੀ ਹੈ। ਜੇ ਅੱਜ ਅਸੀਂ ਐਮਰਜੈਂਸੀ ਦੇ ਖਿਲਾਫ ਗੱਲ ਕਰਦੇ ਹਾਂ, ਅੱਜ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹਾਂ ਜਿੱਥੇ ਰਿਸਟ੍ਰਿਕਸ਼ਨ ਹੈ ਜਾਂ ਇਨਟੋਲਰੈਂਸ ਦੀ ਗੱਲ ਕਰਦੇ ਹਾਂ, ਗੱਲ ਤਾਂ ਕਰ ਸਕਦੇ ਹਾਂ ਨਾ, ਗੱਲ ਕਰਕੇ ਲਾਮਬੰਦ ਹੋ ਸਕਦੇ ਹਾਂ। ਲਾਮਬੰਦ ਹੋ ਕੇ ਉਹਨੂੰ, ਮੇਰਾ ਸਵਾਲ ਇੱਥੇ ਤੱਕ ਸੀ ਕਿ ਉਸ ਵੇਲੇ ਐਮਰਜੈਂਸੀ ਸੀ ਤੇ ਅੱਜ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਰਿਸਟ੍ਰਿਕਸ਼ਨ ਹੈ। ਸੋ ਕਿਸੇ ਹਾਲਤ ਤੱਕ ਡੈਮੋਕ੍ਰੇਸੀ ਦਾ ਇਹ ਮਾਡਲ ਬਾਰ-ਬਾਰ ਸਾਨੂੰ ਫੇਲ ਵੀ ਕਰ ਰਿਹਾ। ਨਹੀਂ, ਫੇਲ ਨਹੀਂ ਕਰ ਰਿਹਾ, ਚੈਲੰਜ ਦੇ ਰਿਹਾ। ਅਸੀਂ ਇਹਨੂੰ ਫੇਲ ਕਰ ਰਹੇ ਹਾਂ। ਅਸੀਂ ਸਾਨੂੰ ਉਸ ਚੈਲੰਜ ਨੂੰ ਲੈਣਾ ਚਾਹੀਦਾ। ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਵੀ ਇਨਟੋਲਰੈਂਸ ਦਾ ਡਿਬੇਟ ਹੈ, ਉਹ ਆਈਡੀਓਲੋਜੀਕਲ ਹੈ। ਦੂਜਾ ਜਿਹੜੀ ਐਮਰਜੈਂਸੀ ਸੀ ਉਹ ਐਡਮਿਨਿਸਟ੍ਰੇਟਿਵ ਸੀ, ਪੋਲੀਟੀਕਲ ਸੀ। ਹੁਣ ਆਈਡੀਓਲੋਜੀ ਜਿਹੜੀ ਹੈ ਉਹ ਅਨਸਟੇਟਡ ਹੁੰਦੀ ਹੈ, ਉਹ ਨਜ਼ਰ ਆਉਂਦੀ ਹੈ ਤੁਹਾਨੂੰ, ਮਤਲਬ ਸਮਾਜ 'ਚ ਵਿਚਰਦੇ ਹੋਏ ਤੁਹਾਨੂੰ ਰਿਸਟ੍ਰਿਕਸ਼ਨ ਤੁਹਾਡੇ ਤੇ ਲੱਗਦੀ ਹੈ। ਆਮ ਸਟਾਪਿੰਗ ਫॉर ਅ ਬ੍ਰੇਕ, ਪਰ ਯੂ ਆਰ ਟੈਂਪਟਿੰਗ ਮੀ ਕਿ ਮੈਂ ਤੁਹਾਨੂੰ ਇਹ ਪੁੱਛਾਂ। ਮੈਂ ਜੇ ਇਸ ਸਵਾਲ ਨੂੰ ਥੋੜ੍ਹਾ ਜਿਹਾ ਕੰਪਰੈਸ ਕਰ ਦਿਆਂ ਤਾਂ ਇਹ ਸਵਾਲ ਤਾਂ ਇੰਝ ਬਣਦਾ ਹੈ ਕਿ ਕੀ ਕੈਪੀਟਲਿਜ਼ਮ ਪਲੱਸ ਹਿੰਦੂਤਵਾ ਕਰੈਕਟਰਿਸਟਿਕਸ ਵਗੈਰਾ ਕਰਕੇ ਇਹ ਕੋਈ ਐਸਿਡ ਟੈਸਟ ਸਾਡੀ ਡੈਮੋਕ੍ਰੇਸੀ ਲਈ ਸਾਹਮਣੇ ਉੱਭਰ ਕੇ ਆਏਗਾ 2019 ਦੇ ਵਿੱਚ ਖਾਸ ਤੌਰ ਤੇ, ਬਟ ਆਫਟਰ ਦਿਸ ਬ੍ਰੇਕ।
ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਹਿੰਦੁਸਤਾਨ ਦੇ ਵੱਡੇ ਰਾਜਨੀਤਿਕ ਮੰਜ਼ਰ ਬਾਰੇ। ਸਾਡੇ ਨਾਲ ਚਰਚਾ ਵਿੱਚ ਨੇ ਡਾਕਟਰ ਪ੍ਰਮੋਦ ਕੁਮਾਰ ਜੀ। ਡਾਕਟਰ ਪ੍ਰਮੋਦ ਕੁਮਾਰ ਜੀ, ਮੈਂ ਪੁੱਛ ਰਿਹਾ ਸੀ ਕਿ ਕੀ ਅਸੀਂ ਕੈਪੀਟਲਿਜ਼ਮ, ਕਿਉਂਕਿ ਅਸੀਂ ਕਹਿੰਦੇ ਆਪਣੇ ਸੰਵਿਧਾਨ ਦੇ ਵਿੱਚ ਸੋਸ਼ਲਿਜ਼ਮ ਲਿਖਿਆ ਹੈ, ਇਕੋਨਮੀ ਸਾਡੀ ਮਿਕਸਡ ਜਿਹੀ ਹੈ, ਜਾਂ ਅਸੀਂ ਕੈਪੀਟਲਿਜ਼ਮ ਵਾਲੇ ਪਾਸੇ ਰਹੇ ਹਾਂ ਤੇ ਨਿਓ ਲਿਬਰਲਿਜ਼ਮ ਤੇ ਕਰੋਨੀ ਕੈਪੀਟਲਿਜ਼ਮ ਨਾਲ ਨਾਲ ਇਕੱਠੇ ਜੇ ਹੁੰਦਾ ਜਾ ਰਿਹਾ। ਸੋ ਕੈਪੀਟਲਿਜ਼ਮ ਦੀ ਜਗ੍ਹਾ ਲੋਕਾਂ ਨੂੰ ਬਾਰ-ਬਾਰ ਅਡਾਨੀ, ਅੰਬਾਨੀ ਤੇ ਇਸ ਕਿਸਮ ਦੇ ਜੁਮਲੇ ਜਿਹੜੇ ਰਾਜਨੀਤੀ ਵਿੱਚ ਆਏ ਨੇ, ਪਲੱਸ ਇਹਦੇ ਨਾਲ ਤੁਸੀਂ ਦੱਸ ਰਹੇ ਸੀ ਕਿ ਇੱਕ ਹੇਟਰਡ ਦੇ ਵੀ ਜੁਮਲੇ ਆਏ ਨੇ, ਸਿੰਬਲਿਜ਼ਮ ਉਸ ਕਿਸਮ ਦੇ ਆਏ ਨੇ, ਇੱਕ ਖਾਸ ਮੈਜੋਰਿਟੇਰੀਅਨ ਵਿਊ ਪੁਆਇੰਟ ਜਿਹੜਾ ਪੋਲੀਟਿਕਸ ਦਾ ਹੈ। ਸੋ ਕੀ ਇਹ ਕੈਪੀਟਲਿਜ਼ਮ ਪਲੱਸ ਹਿੰਦੂਤਵਾ ਕਰੈਕਟਰਿਸਟਿਕ ਵਾਲਾ ਜਿਹੜਾ ਮਾਡਲ ਹੈ, ਇਹਨੇ 2014 ਦਾ ਭਾਵੇਂ ਰਿਜ਼ਲਟ ਕਿਸੇ ਵੀ ਨੈਰੇਟਿਵ ਤੋਂ ਬਾਅਦ ਆਇਆ ਹੋਵੇ, ਪਰ ਉਹਨੂੰ ਇੰਟਰਪ੍ਰੈਟ ਇਹ ਕੀਤਾ ਗਿਆ ਕਿ ਇਹਦੇ ਲਈ ਇਹ ਮੈਂਡੇਟ ਹੈ ਕਿ ਹਿੰਦੁਸਤਾਨ ਨੂੰ ਬਦਲ ਦਿਓ, ਪੁਰਾਣੀ ਸੱਭਿਅਤਾ ਨੂੰ ਲੱਭੋ, ਅਤੀਤ ਵਿੱਚੋਂ ਮਹਾਨਤਾ ਭਾਲੋ ਤੇ ਇਸ ਕਿਸਮ ਦਾ ਦੇਸ਼ ਅਸੀਂ ਬਣਾਉਣਾ। ਕੀ 2019 ਇਸ ਮਾਡਲ ਲਈ ਐਸਿਡ ਟੈਸਟ ਹੋਵੇਗਾ ਕਿ ਲੋਕ ਆਪਣੀ ਵੋਟ ਐਗਰੇਰੀਅਨ ਇਸ਼ੂਜ਼ ਦੇ ਉੱਤੇ, ਖੇਤੀ ਨਾਲ ਜੁੜੇ ਇਸ਼ੂਜ਼ ਦੇ ਉੱਤੇ, ਜੌਬਸ ਦੇ ਨਾਲ ਜੁੜੇ ਇਸ਼ੂ ਦੇ ਉੱਤੇ, ਇਕਨੋਮਿਕ ਇਸ਼ੂਜ਼ ਦੇ ਉੱਤੇ ਪਾਣਗੇ ਤੇ ਫਿਰ ਬਾਅਦ ਵਿੱਚ ਕੀ ਉਹਦੀ ਇੰਟਰਪ੍ਰੀਟੇਸ਼ਨ ਫਿਰ ਡਿਫਰੈਂਟਲੀ ਹੋ ਜਾਏਗੀ ਕਿ ਦੇਖੋ ਜੀ ਵੋਟ ਪੈ ਗਈ ਸੈਕੂਲਰਿਜ਼ਮ ਲਈ ਵੱਡੀ ਜਾਂ ਵੋਟ ਪੈ ਗਈ ਮੰਦਿਰ ਲਈ ਵੱਡੀ? ਦੇਖੋ, ਗੱਲ ਇਹ ਹੈ ਕਿ ਪੋਲੀਟੀਕਲ ਇਸ਼ੂਜ਼ ਤੇ ਇਲੈਕਟੋਰਲ ਪੋਲਿਟਿਕਸ, ਇਲੈਕਟੋਰਲ ਜਿਹੜਾ ਪੋਲਿਟਿਕਸ ਹੈ ਉਹਨੂੰ ਕਿਸ ਤਰ੍ਹਾਂ ਮਤਲਬ ਓਪਰੇਸ਼ਨਲਾਈਜ਼ ਕੀਤਾ ਜਾਂਦਾ ਹੈ। ਹੁਣ ਉਸ ਜਿਵੇਂ ਤੁਸੀਂ ਗੱਲ ਕਹੀ ਹੈ ਕਿ 2019 ਚ ਜੇ ਉਸੇ ਇਲੈਕਟੋਰਲ ਪੋਲਿਟਿਕਸ ਨੂੰ ਡੋਲਸ ਦੇ ਨਾਲ ਜੋੜ ਕੇ ਕਿ ਅਸੀਂ ਇੱਥੇ 36,000 ਕਰੋੜ ਦਾ ਅਸੀਂ ਤੁਹਾਡਾ ਕਰਜ਼ਾ ਮਾਫ ਕਰਤਾ, ਇੱਥੇ ਵੇਵਰ ਦੇ ਦੇਵਾਂਗੇ, ਇੱਥੇ ਪੈਨਸ਼ਨਾਂ ਦੇ ਦੇਵਾਂਗੇ, ਇੱਥੇ ਸ਼ਗਨ ਸਕੀਮਾਂ ਆ ਜਾਣਗੀਆਂ, ਤੇ ਉਹਦੇ ਚ ਤੁਹਾਡੀ ਜਿਹੜੀ ਪ੍ਰੋਡਕਟਿਵ ਅੰਗੇਜਮੈਂਟ ਹੈ ਸਿਸਟਮ ਦੇ ਵਿੱਚ ਉਹਦਾ ਕੋਈ ਪ੍ਰੋਮਿਸ ਨਹੀਂ ਹੈ ਕਿ ਵੀ ਉਹ ਹੋਏਗੀ ਕਿ ਨਹੀਂ ਹੋਏਗੀ। ਇਹਦਾ ਸਾਡਾ ਕੋਈ ਪ੍ਰੋਮਿਸ, ਇਹ ਦੇਸ਼ ਮੇਰਾ ਕਿੰਨਾ ਹੋ ਜਾਵੇਗਾ, ਮੈਂ ਇਹਦਾ ਕਿੰਨਾ ਸੁਰਖਰੂ ਨਾਗਰਿਕ ਹੋ ਜਾਵਾਂਗਾ। ਅਸੀਂ ਤੁਹਾਨੂੰ ਇੱਕ ਮੈਨੀਫੈਸਟੋ ਦੀ ਜਗ੍ਹਾ ਮੈਨੂਫੈਸਟੋ ਦਵਾਂਗੇ, ਮੈਨੂ ਕਾਰਡ ਦੇ ਦੇਵਾਂਗੇ ਵੀ ਇਹਦੇ ਚੋਂ ਜੋ ਤੁਹਾਨੂੰ ਚਾਹੀਦਾ ਕਰ ਲਓ। ਤੁਸੀਂ ਕੀ ਚਾਹੁੰਦੇ ਹੋ? ਸਸਤੇ ਚੌਲ ਨਾਲ ਟੀਵੀ ਨਾਲ ਸਾੜੀ ਨਾਲ ਪੈਨਸ਼ਨ, ਉਹ ਤੁਸੀਂ ਕਰ ਲਓ। ਤਾਂ ਮੈਨੂੰ ਇਹਦੇ 'ਚ ਇਹ ਲੱਗਦਾ ਹੈ ਕਿ ਸਾਰਿਆਂ ਨਾਲੋਂ ਵੱਡਾ ਮਸਲਾ ਜਿਹੜਾ ਹੈ ਉਹ ਆਈਡੀਓਲੋਜੀ ਦਾ ਹੈ। ਔਰ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਵੀ ਜੇ ਜਿਸ ਤਰ੍ਹਾਂ ਦਾ ਅਸੀਂ ਕੈਪੀਟਲਿਜ਼ਮ ਦਾ ਰਸਤਾ ਲਿਆ ਸੀ, ਬੀਜੇਪੀ ਨੇ ਆ ਕੇ ਉਹਦੇ ਨਾਲ ਇੱਕ ਆਈਡੀਓਲੋਜੀ ਵੀ ਜੋੜੀ, ਜਿਹੜੀ ਕਿ ਪਹਿਲੇ ਕਾਂਗਰਸ ਪਾਰਟੀ ਨੇ ਨਹੀਂ ਜੋੜੀ ਸੀ। ਇਸ ਕਰਕੇ ਔਰ ਸਲੋ ਸੀ, ਮੋਡਰੇਟ ਸੀ ਉਸ ਪ੍ਰੋਸੈਸ ਨੂੰ ਅੱਗੇ ਲਿਜਾਣ ਲਈ। ਜਦੋਂ ਉਹਨੂੰ ਐਫੀਸ਼ੀਐਂਟ ਇਫੈਕਟਿਵ ਬਣਾਇਆ ਗਿਆ ਤੇ ਉਹ 'ਚ ਕੰਟਰਾਡਿਕਸ਼ਨ, ਇਨਇਕੁਐਲਿਟੀ ਵਧੀਆਂ। ਉਹਨਾਂ ਨੂੰ ਬਲਰ ਕਰਨ ਲਈ ਤੁਸੀਂ ਲੋਕਾਂ ਨੂੰ ਰਾਮ ਮੰਦਰ, ਰਾਮ ਰਾਜਯ ਇੱਦਾਂ ਦੀ ਗੱਲਾਂ ਦੇ ਨਾਲ ਉਹਨਾਂ ਦੀ ਉਸ ਕੰਟਰਾਡਿਕਸ਼ਨ ਨੂੰ ਬਲਰ ਕਰਨ ਦੀ, ਉਹਨਾਂ ਤੋਂ ਛੁਪਾਉਣ ਦੀ ਕੋਸ਼ਿਸ਼ ਕੀਤੀ। ਔਰ ਇਸ ਕਰਕੇ ਤੁਸੀਂ ਜੇ ਦੋ ਤਿੰਨ ਚੀਜ਼ਾਂ ਇਹਨਾਂ 'ਚ ਦੇਖੋ ਕਿ ਇੱਕ ਤਾਂ ਜਿਹੜੇ ਲੈਂਡ ਐਕਟ ਨਵੇਂ ਆਏ ਜਿਸ 'ਚ ਡਿਸਪੋਜੈਸ਼ਨ ਦੀ ਗੱਲ ਕੀਤੀ ਗਈ ਕਿ ਕਿਸਾਨ ਨੂੰ ਜਾਂ ਲੋਕਾਂ ਨੂੰ ਡਿਸਪੋਜੈਸ ਕਰਕੇ ਉਹ ਜਿਹੜਾ ਲੈਂਡ ਹੈ ਪ੍ਰਾਈਵੇਟਲੀ ਯੂਜ਼ ਕੀਤਾ ਜਾਏਗਾ, ਪ੍ਰਾਈਵੇਟ ਇੰਟਰਸਟ ਲਈ, ਕਾਰਪੋਰੇਟਲੀ। ਜਦ ਕਿ ਨਹਿਰੂਅਨ ਟਾਈਮ 'ਚ ਲੈਂਡ ਲਿਆ ਜਾਂਦਾ ਸੀ ਪਰ ਉਹਨੂੰ ਪਬਲਿਕ ਦੇ ਪਰਪਸ ਲਈ ਯੂਜ਼, ਸੜਕਾਂ ਬਣਾਉਣ ਲਈ ਯੂਜ਼ ਕੀਤਾ ਜਾਂਦਾ ਸੀ। ਇਹ ਇੱਕ ਬੜੀ ਵੱਡੀ ਚੇਂਜ ਆਈ। ਔਰ ਉਸ ਤੋਂ ਬਾਅਦ ਤੁਸੀਂ ਇੱਕ ਇੰਟਰਸਟਿੰਗ ਦੇਖੋ ਕਿ ਲੇਬਰ ਰਿਫਾਰਮਸ ਉਹ ਬੜੇ ਵੱਡੇ ਪੱਧਰ ਤੇ ਕੀਤੇ ਗਏ ਔਰ ਉਹਨੂੰ ਜੋੜਿਆ ਗਿਆ ਨੈਸ਼ਨਲ ਪ੍ਰਾਈਡ ਦੇ ਨਾਲ। ਹੁਣ ਲੇਬਰ ਰਿਫਾਰਮਸ ਇਹ ਹੈ ਕਿ ਹਾਇਰਿੰਗ ਫਾਇਰਿੰਗ ਥੋੜਾ ਜਿਹਾ ਆਸਾਨ ਕਰ ਦਿਓ, ਨਹੀਂ, ਉਹਨੂੰ ਨੈਸ਼ਨਲ ਪ੍ਰਾਈਡ ਦੇ ਨਾਲ ਜੋੜਿਆ ਗਿਆ ਲੇਬਰ ਰਿਫਾਰਮ ਨੂੰ। ਹੁਣ ਕਿ ਜੇ ਦੇਸ਼ ਨੂੰ ਪ੍ਰਾਈਡ ਐਂਡ ਲੇਬਰ ਰਿਫਾਰਮ ਕਰ ਦੋ, ਬਾਹਰ ਲੱਗੇ ਵੀ ਇੱਥੇ ਕੋਈ ਹੁਣ ਗੜਬੜ ਨਹੀਂ, ਕੋਈ ਕੁਛ ਨਹੀਂ, ਇੱਥੇ ਆਓ ਆਰਾਮ ਨਾਲ ਆਪਣਾ ਤੁਸੀਂ ਮੇਕ ਇਨ ਇੰਡੀਆ ਲੇਬਰ ਰਿਫਾਰਮ ਹੈ ਵੀ ਯੂਨੀਅਨ ਨਾ ਬਣਾਉਣ ਦਿਓ, ਐਜੀਟੇਸ਼ਨ ਨਾ ਕਰਨ ਦਿਓ, ਤਨਖਾਹਾਂ ਆਪਣੀ ਮਰਜ਼ੀ ਨਾਲ ਦਿਓ, ਜਦੋਂ ਚਾਹੇ ਨੌਕਰੀਆਂ ਕੱਢ ਦਿਓ। ਇਹ ਲੇਬਰ ਰਿਫਾਰਮ ਹੋ ਗਈ। ਹਾਂ, ਔਰ ਇਹ ਨੈਸ਼ਨਲ ਪ੍ਰਾਈਡ ਲਈ ਹੈ। ਜਿਹੜਾ ਤੁਸੀਂ ਦੇਖੋ, ਜਿਹੜਾ ਕਿਹਾ ਜਾਂਦਾ ਆਮ ਤੌਰ ਤੇ ਕਿ ਅਸੀਂ ਟ੍ਰੇਡ ਨੂੰ ਲਿਬਰਲਾਈਜ਼ ਕੀਤਾ ਹੈ, ਇਕੋਨਮੀ ਨੂੰ, ਇਨਵੈਸਟਮੈਂਟ ਨੂੰ ਅੱਗੇ ਵਧਾਉਣ ਲਈ ਅਸੀਂ ਰਿਫਾਰਮਸ ਕੀਤੇ ਨੇ, ਉਹਨੂੰ ਨੈਸ਼ਨਲ ਪ੍ਰਾਈਡ ਨਾਲ ਜੋੜਤਾ ਗਿਆ ਕਿ ਅਸੀਂ ਰਿਫਾਰਮ ਕਰਤੇ ਸਾਰੇ, ਇਹਨਾਂ ਨੂੰ ਰਿਫਾਰਮ ਕਹਿਤਾ ਗਿਆ। ਈਜ਼ ਆਫ ਡੂਇੰਗ ਬਿਜ਼ਨਸ ਕਰ ਦਿੱਤਾ, ਈਜ਼ ਆਫ ਡੂਇੰਗ ਬਿਜ਼ਨਸ ਕਰਤਾ। ਆਓ ਫੈਕਟਰੀ ਲਾਓ, ਜਿੰਨੂੰ ਮਰਜ਼ੀ ਨੌਕਰੀ ਰੱਖੋ, ਜਿੰਨੂੰ ਮਰਜ਼ੀ ਕੱਢ ਦਿਓ, ਜਿੱਦਾਂ ਮਰਜ਼ੀ ਲੈਂਡ ਲੈ ਲਓ, ਜਿੱਦਾਂ ਮਰਜ਼ੀ ਲੈਂਡ ਲਓ, ਸਰਕਾਰ ਉਹਦੇ 'ਚ ਹੈਲਪ ਕਰੇ। ਤਾਂ ਮੈਂ ਇਸ ਕਰਕੇ ਜਿਹੜੀ ਤੁਹਾਨੂੰ ਇਹ ਦੋ ਗੱਲਾਂ ਕਹਿ ਰਿਹਾ ਵੀ ਇਹਦੇ ਨਾਲ ਤੁਸੀਂ ਨੈਸ਼ਨਲ ਪ੍ਰਾਈਡ ਨੂੰ ਜੋੜਤਾ ਕਿ ਹੁਣ ਜੇ ਇਨਵੈਸਟਮੈਂਟ ਵਧੇਗੀ, ਸਾਡਾ ਗਰੋਥ ਰੇਟ ਵਧੇਗਾ, ਗਰੋਥ ਰੇਟ ਨਾਲ ਅਸੀਂ ਵਰਲਡ 'ਚ ਇੰਨੇ ਇਹਦੇ ਤੇ ਬਹੁਤਾ ਬੀਜੇਪੀ ਕਾਂਗਰਸ ਪ੍ਰੋਬਲਮ ਨਹੀਂ ਹੈਗੀ, ਇਹਨਾਂ ਨੂੰ ਕੋਈ ਦਿੱਕਤ ਨਹੀਂ ਉਹਦੇ 'ਚ, ਕਿਸੇ ਨੂੰ ਕੋਈ ਦਿੱਕਤ ਨਹੀਂ। ਉਹ ਸਿਰਫ ਇੰਨੀ ਕੀ ਦਿੱਕਤ ਹੈ, ਜੇ ਤੁਸੀਂ ਇਹ ਸਲੋਗਨ ਸੁਣਦੇ ਹੋ ਕਿ ਮੋਦੀ ਜੀ को मैं सोने नहीं दूंगा जब तक कर्जा माफ नहीं करते, ये क्या ਇਹ ਕੋਈ ਨਾਰਾ ਹੈ? ਤੇ ਮੈਂ ਸਮਝਦਾ ਵੀ ਇਹ ਸਿਰਫ ਸਾਨੂੰ ਦੱਸਣ ਲਈ ਕਿ ਇਸ ਤੇ ਅਸੀਂ ਬਹੁਤੇ ਕੋਈ ਫਰਕ ਨਹੀਂ ਸਾਡੇ 'ਚ, ਅਸੀਂ ਕਰਜ਼ਾ ਦੇਣਾ ਜਾਂ ਨਾ ਦੇਣਾ ਇਹੀ ਮੁੱਦਾ ਹੈ। ਡਾਕਟਰ ਸਾਹਿਬ, ਬਾਰ-ਬਾਰ ਗੱਲ ਘੁੰਮ ਕੇ ਮੋਦੀ ਜੀ ਜਾਂ ਰਾਹੁਲ ਗਾਂਧੀ ਤੇ ਆ ਜਾਂਦੀ ਹੈ, ਤਾਂ ਇਸ ਰਾਜਨੀਤੀ ਦੇ ਵਿੱਚ ਇਹ ਜਿਹੜੇ ਐਕਟਰਸ ਨੇ, ਜਿਹੜੇ ਇਸ ਰਾਜਨੀਤੀ ਨੂੰ ਆਪਰੇਸ਼ਨਲਾਈਜ਼ ਕਰਦੇ ਨੇ, ਇਹਨਾਂ ਦੀ ਆਪਣੀ ਆਟੋਨਮੀ ਕਿੰਨੀ ਕੁ ਹੁੰਦੀ ਹੈ? ਮੋਦੀ ਸਾਹਿਬ ਦੀ ਆਪਣੀ ਆਟੋਨਮੀ ਕਿੰਨੀ ਕੁ ਹੈ ਕਿ ਇਹ ਰਾਜਨੀਤੀ ਨੂੰ ਉਸ ਤਰੀਕੇ ਨਾਲ ਰਾਈਟ ਵਿੰਗ ਮੋੜ ਲੈਣਗੇ, ਤੇ ਰਾਹੁਲ ਗਾਂਧੀ ਉਹਨੂੰ ਕਿੰਨਾ ਕੁ ਦੁਬਾਰਾ ਫਿਰ ਉਹ ਇੰਦਰਾ ਗਾਂਧੀ ਦੇ ਸੋਸ਼ਲਿਜ਼ਮ ਤੇ ਸੈਕੂਲਰਿਜ਼ਮ ਤੱਕ ਲੈ ਆਣਗੇ ਤੇ ਜਵਾਹਰ ਲਾਲ ਨਹਿਰੂ ਦੀਆਂ ਵੈਲਿਊਜ਼ ਫਿਰ ਤੋਂ ਲੱਭ ਲੈਣਗੇ? ਦੇਖੋ, ਗੱਲ ਇਹ ਹੈ ਕਿ ਮੈਂ ਕਈ ਵਾਰ ਸੋਚਦਾ, ਜਿਵੇਂ ਪਹਿਲੇ ਸਾਨੂੰ ਧਿਆਨ ਆਉਂਦਾ ਸੀ ਬਾਲ ਠਾਕਰੇ ਜੇ ਨਹੀਂ ਰਹਿਣਗੇ
ਨਹੀਂ ਹੋਣਗੇ ਰਾਜਨੀਤੀ 'ਚ ਤੇ ਪੋਲਿਟਿਕਸ ਸੈਕੂਲਰ ਹੋ ਜਾਏਗਾ। ਪਰ ਮੈਂ ਹੁਣ ਜਦੋਂ ਉੱਥੇ ਦੇਖਦਾ ਪੋਲਿਟਿਕਸ ਤਾਂ ਉੱਦਾਂ ਹੀ ਕਮਿਊਨਲ ਹੈ, ਉੱਦਾਂ ਹੀ ਮਰਾਠਾ ਜਿਹੜੇ ਨੇ ਵੀ ਮਹਾਰਾਸ਼ਟਰ ਫਾਰ ਮਰਾਠਾ ਉੱਦਾਂ ਦੀ ਗੱਲ ਹੀ ਹੁੰਦੀ ਹੈ। ਸੋ ਕੋਈ ਜ਼ਿਆਦਾ ਹੁਣ ਬਲੇਟੈਂਟਲੀ ਹੁੰਦੀ ਹੈ। ਸੋ ਮੈਨੂੰ ਲੱਗਦਾ ਵੀ ਇੱਕ ਲੈਵਲ ਤੇ ਜਿਹੜੇ ਐਕਟਰ ਦਾ ਬਦਲ ਜਾਣਾ ਆਪਣੇ ਆਪ 'ਚ ਆਈਡੀਓਲੋਜੀ ਦਾ ਕੋਲੈਪਸ ਨਹੀਂ ਕਰ ਦਿੰਦਾ, ਕਿਉਂਕਿ ਇਹ ਜਿਹੜੇ ਪੇਸ ਨੂੰ ਡਿਸਾਈਡ ਕਰਦਾ, ਪੇਸ ਨੂੰ ਡਿਸਾਈਡ ਕਰਦਾ ਹੈ, ਬਿਲਕੁਲ ਕਰਦਾ ਹੈ। ਔਰ ਕਿਹੜੇ ਪ੍ਰਾਇੋਰਟੀ ਨੂੰ ਡਿਸਾਈਡ ਕਰਦਾ, ਕਿਹੜੇ ਫੈਕਟਰ ਨੂੰ ਤੁਸੀਂ ਪ੍ਰਾਇੋਰਟਾਈਜ਼ ਕਰਨਾ ਹੈ, ਪ੍ਰਾਇੋਰਟੀਜ਼ ਸਟੇਟ ਦੀਆਂ। ਤਾਂ ਜੇ ਤੁਸੀਂ ਆਈਡੀਓਲੋਜੀ ਜਿਹੜੀ ਹੈ ਉਸ ਐਕਟਰ ਕੋਲ ਇੰਨੀ ਆਟੋਨਮੀ ਹੁੰਦੀ ਹੈ ਕਿ ਵੀ ਉਹਨਾਂ ਫੈਕਟਰਸ ਨੂੰ ਪ੍ਰਾਈਮੇਸੀ ਦੇ ਦੇ, ਉੱਪਰ ਲੈ ਕੇ ਆ ਜਾਏ। ਜਿਹੜੇ ਫੈਕਟਰ ਉਹ ਸਮਝਦਾ ਹੈ ਆਈਡੀਓਲੋਜੀ ਨਾਲ ਜੁੜੇ ਹੋਏ ਹੁੰਦੇ ਨੇ ਉਹਦੇ ਕੋਲ ਆਟੋਨਮੀ ਹੈ। ਹੁਣ ਜਿਵੇਂ ਮੰਨ ਲਿਆ ਕਾਂਗਰਸ ਪਾਰਟੀ ਆਉਂਦੀ ਹੈ, ਉਹਨਾਂ ਦੀ ਪ੍ਰਾਇੋਰਟੀ ਜਿਹੜੀ ਹੈਗੀ ਆ ਉਹ ਸ਼ਾਇਦ ਅਲੱਗ ਹੋਣ, ਪਰ ਪਾਥ ਸੇਮ ਹੋ ਸਕਦੀ ਹੈ, ਪਰ ਪ੍ਰਾਇੋਰਟੀਜ਼ ਅਲੱਗ ਹੋ ਸਕਦੀਆਂ। ਪ੍ਰੋਫਾਈਲ ਦੀ ਜਗ੍ਹਾ ਦੂਜਾ ਜਹਾਜ਼ ਖਰੀਦ ਸਕਦੇ ਆ, ਪਰ ਡਿਸਆਰਮਾਮੈਂਟ ਦੀ ਗੱਲ ਨਹੀਂ ਕਰ ਸਕਦੇ। ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ, ਇਹ ਗੱਲ ਬਿਲਕੁਲ ਹੈ। ਔਰ ਇਸ ਕਰਕੇ ਹਾਇਰ ਐਜੂਕੇਸ਼ਨ 'ਚ ਜਿਵੇਂ ਹੈ ਕਿ ਉਹਨਾਂ ਦੀ ਪ੍ਰਾਇੋਰਟੀਜ਼ ਬਦਲ ਸਕਦੀਆਂ, ਅਲੱਗ ਹੋਣਗੀਆਂ। ਉਹ ਸ਼ਾਇਦ ਪ੍ਰਾਈਵੇਟ ਯੂਨੀਵਰਸਿਟੀਜ਼ ਨਾ ਲੈ ਕੇ ਆਉਣ, ਉਸੇ ਨਹੀਂ ਫਰਕ ਹੋਗਾ। ਇਹ ਨਹੀਂ ਕਿ ਪਬਲਿਕ ਸੈਕਟਰ ਬੜਾ ਧੂਮ-ਧਾਮ ਨਾਲ ਹਾਇਰ ਐਜੂਕੇਸ਼ਨ ਵਿੱਚ ਆ ਜਾਵੇਗਾ। ਨਹੀਂ, ਪ੍ਰਾਈਵੇਟਾਈਜੇਸ਼ਨ ਤੇ ਉੱਥੇ ਉਹਨਾਂ ਦੀ ਸੋਚ ਸੇਮ ਹੈ, ਪਰ ਉੱਥੇ ਇਹ ਹੋ ਸਕਦਾ ਕਿ ਨੌਲੇਜ ਦਾ ਜਿਹੜਾ ਬੇਸ ਹੈ, ਕਿਹੜੀ ਨੌਲੇਜ ਦਿੱਤੀ ਜਾਏਗੀ, ਸ਼ਾਇਦ ਉਹ ਉਹਦੇ 'ਚ ਇੰਟਰਫੇਅਰ ਨਹੀਂ ਕਰਨਗੇ। ਸੰਸਕ੍ਰਿਤ ਯੂਨੀਵਰਸਿਟੀਆਂ ਸ਼ਾਇਦ ਅਜੇ ਨਾ, ਜੇ ਯੂਨੀਵਰਸਿਟੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਡਿਬੇਟ ਹੋਏਗਾ ਉਹਦੇ ਤੇ ਅੰਕੁਸ਼ ਨਹੀਂ ਲੱਗੇਗਾ। ਤੁਸੀਂ ਕਨਈਆ ਕੁਮਾਰ ਦੀ ਜਿਹੜੀ ਲੇਟੈਸਟ ਚਾਰਜ ਸ਼ੀਟ ਆਈ ਹੈ ਉਹਦੇ 'ਚ ਸ਼ਾਇਦ ਕਨਈਆ ਕੁਮਾਰ ਦਾ ਨਾਮ ਡ੍ਰੌਪ ਹੋ ਜਾਏਗਾ। ਨਹੀਂ, ਪਰ ਇਹ ਵੀ ਬੜੀ ਵੱਡੀ ਗੱਲ ਹੈ। ਮੈਂ ਕਿਉਂ ਇਹ ਗੱਲ ਨੂੰ ਵੱਡਾ ਸਮਝਦਾ ਕਿ ਕ੍ਰੀਏਟਿਵ ਤੇ ਇਨੋਵੇਟਿਵ ਜਿਹੜੀ ਥਿੰਕਿੰਗ ਹੈ ਉਹਨੂੰ ਐਕਸਪ੍ਰੈਸ਼ਨ ਦੇ ਦੇਣਾ, ਔਰ ਉਹਦੇ ਨਾਲ ਹੀ ਦੇਸ਼ ਬਣਦੇ ਨੇ। ਕਿਉਂਕਿ ਨੌਲੇਜ ਦੇ ਜੇ ਬੈਰੀਅਰਸ ਨਵੇਂ ਤੁਸੀਂ ਬ੍ਰੇਕ ਕਰਕੇ ਨਵੀਂ ਸੋਚ ਵੱਲ ਚੱਲਦੇ ਹੋ, ਦੇਸ਼ ਉਹ ਵੀ ਕੰਟਰੀਬਿਊਸ਼ਨ ਹੈ ਕੰਟਰੀਜ਼ ਨੂੰ ਬਿਲਡ ਕਰਨ ਲਈ। ਔਰ ਇਹਦੇ ਨਾਲ ਜਿਹੜੀ ਇੱਕ ਮੈਨੂੰ ਗੱਲ ਜਿਹੜੀ ਆਮ ਸਮਝ ਆਉਂਦੀ ਹੈ ਕਿ ਤੁਸੀਂ ਹਰ ਚੀਜ਼ ਨੂੰ ਨੈਸ਼ਨਲਿਜ਼ਮ ਨਾਲ ਜੋੜ ਲੈਂਦੇ ਹੋ, ਕਿ ਤੁਸੀਂ ਕਿਸੇ ਹਰ ਡਿਸੈਂਟ ਜਿਹੜਾ ਹੈ ਉਹ ਦੇਸ਼ ਨੂੰ ਖਤਰਾ ਪੈਦਾ ਕਰ ਦਿੰਦਾ ਹੈ ਜੀ। ਇਹ ਇੱਕ ਜਿਹੜੀ ਸੋਚ ਹੈ, ਸ਼ਾਇਦ ਪਹਿਲੇ ਮੈਨੂੰ ਯਾਦ ਹੈ ਇੰਦਰਾ ਗਾਂਧੀ ਜੀ ਵੇਲੇ ਹੋਇਆ ਕਰਦੀ ਸੀ ਕਿ ਵੀ ਥ੍ਰੈਟ ਟੂ ਨੈਸ਼ਨਲਿਜ਼ਮ, ਨੇਸ਼ਨ ਨੂੰ ਥ੍ਰੈਟ ਹੋ ਜਾਇਆ ਕਰਦਾ, ਵਿਦੇਸ਼ੀ ਹੱਥ ਆ ਜਾਂਦਾ ਸੀ ਹਰ ਚੀਜ਼ ਦੇ ਵਿੱਚ, CIA ਆ ਜਾਂਦਾ ਸੀ ਉਦੋਂ। ਮੈਨੂੰ ਯਾਦ ਹੈ ਉਸ ਫੇਸ 'ਚ ਇਹ ਗੱਲ ਸੀਗੀ। ਔਰ ਹੁਣ ਤਾਂ ਬਿਲਕੁਲ ਹੀ ਮਤਲਬ ਉਹਦੀ ਟੋਟਲ ਆਰਟੀਕੂਲੇਸ਼ਨ ਹੈ ਉਸ ਗੱਲ ਦੀ, ਟੋਟਲ ਸੋਚ ਜਿਹੜੀ ਉਸ ਨਾਲ ਜੁੜੀ ਹੋਈ ਹੈ। ਤੇ ਅਲਟਰਾ ਨੈਸ਼ਨਲਿਸਟ ਜਿਹੜੀਆਂ ਫੋਰਸਿਸ ਨੇ ਜਦੋਂ ਸਟਰੋਂਗ ਹੁੰਦੀਆਂ ਨੇ, ਉਹ ਡਾਇਵਰਸਿਟੀ ਜਿਹੜੀਆਂ ਹੁੰਦੀਆਂ ਨੇ ਕਲਚਰਲ ਸੋਸ਼ਲ, ਉਹਨਾਂ ਵੱਲ ਸੈਂਸਿਟਿਵ ਨਹੀਂ ਰਹਿੰਦੀਆਂ, ਉਹਨਾਂ ਦੇ ਹੱਕਾਂ ਨੂੰ ਫਿਰ ਪੂਰਾ ਐਕਸਪ੍ਰੈਸ਼ਨ ਨਹੀਂ ਮਿਲਦਾ। ਔਰ ਇਹਨੂੰ ਹੀ ਅਸੀਂ ਫਿਰ ਕਹਿੰਦੇ ਹਾਂ ਅਨਡੈਮੋਕ੍ਰੈਟਿਕ। ਇਸ ਲੈਵਲ ਤੇ ਇੰਟੋਲਰੈਂਸ ਪੈਦਾ ਹੋ ਜਾਂਦੀ ਹੈ। ਜਿਹੜੀ ਇੰਸਟੀਟਿਊਸ਼ਨਲ ਬ੍ਰੇਕਅਪ ਹੋ ਰਿਹਾ, ਇੱਕ ਇਹ ਗੱਲ ਹੈ ਕਿ ਹੇਟ ਫੈਲਾਈ ਜਾ ਰਹੀ ਹੈ। ਤੁਸੀਂ ਕਿਹਾ ਵੀ ਉਹ ਹਰੇਕ ਮਾਮਲੇ ਦੇ ਵਿੱਚ ਦੇਸ਼ ਨਾਲ ਪਿਆਰ ਨੂੰ ਇੱਕ ਲਿਟਮਸ ਟੈਸਟ ਕਰਾਰ ਦੇ ਦਿੱਤਾ ਜਾਂਦਾ ਹੈ। ਤੁਸੀਂ ਜਨਗਣਮਨ ਵੇਲੇ ਖੜੇ ਹੋਏ ਜਾਂ ਨਹੀਂ ਸਿਨੇਮੇ ਵਿੱਚ, ਇੱਥੋਂ ਸਾਬਤ ਹੋ ਜਾਂਦਾ ਕਿ ਤੁਸੀਂ ਪਾਕਿਸਤਾਨ ਦੇ ਕੋਈ ਏਜੰਟ ਹੈਗੇ ਹੋ ਜਾਂ ਮੇਰੇ ਦੇਸ਼ ਨਾਲ ਪਿਆਰ ਕਰਨ ਵਾਲੇ ਹੋ। ਇਟਸ ਵਨ ਥਿੰਗ ਜਦੋਂ ਕੋਈ ਵਿਜੀਲੈਂਟਿਜ਼ਮ ਇਸ ਕਿਸਮ ਦਾ ਕਰਦਾ, ਜਦੋਂ ਸਟੇਟ ਐਕਟਰਸ ਇਹੋ ਜਿਹੀ ਗੱਲ ਕਰਨ, ਜਦੋਂ ਸਟੇਟ ਇਹ ਗੱਲ ਕਹਿਣੀ ਸ਼ੁਰੂ ਕਰ ਦੇਵੇ, ਜਿਸ ਵੇਲੇ ਯੋਗੀ ਆਦਿੱਤਿਆਨਾਥ ਇਹ ਕਹਿੰਦੇ ਨੇ ਕਿ ਬੀਫ ਵਿਜੀਲੈਂਟਿਜ਼ਮ ਤਾਂ ਐਵੇਂ ਤੁਸੀਂ ਫालतू ਗੱਲਾਂ ਕਰ ਰਹੇ ਹੋ, ਜਾਂ ਗਾਂ ਦੀ ਜਾਨ ਪਹਿਲਾਂ ਤੇ ਇੰਸਪੈਕਟਰ ਦੀ ਜਾਨ ਬਾਅਦ ਵਿੱਚ। ਜੇ CBI ਦਾ ਜੋ ਹਾਲ ਸਾਹਮਣੇ ਨਜ਼ਰ ਆ ਰਿਹਾ ਇਹ ਨਜ਼ਰ ਆਵੇ, ਜੇ RBI ਦਾ ਗਵਰਨਰ ਅਚਾਨਕ ਅਸਤੀਫਾ ਦੇ ਦੇਵੇ, ਕਿਸੇ ਵੀ ਦੇਸ਼ ਦੇ ਸੈਂਟਰਲ ਫੈਡਰਲ ਬੈਂਕ ਗਵਰਨਰ ਦਾ ਅਚਾਨਕ ਅਸਤੀਫਾ ਆ ਜਾਣਾ ਇਕੋਨਮੀ ਨੂੰ ਹਿਲਾ ਕੇ ਰੱਖ ਦਿੰਦਾ, ਤੇ ਇਹ ਬੜੀ ਚਿੰਤਾ ਦੀ ਗੱਲ ਹੋਣੀ ਚਾਹੀਦੀ ਹੈ। ਪਰ ਦੇਸ਼ ਵਿੱਚ ਉਸ ਕਿਸਮ ਦਾ ਅਜੇ ਅਸੀਂ ਵਿਧੀ ਵਿਧਾਨ ਨਹੀਂ ਬਣਾਇਆ ਡਿਬੇਟਿੰਗ ਦਾ, ਜਿਹਦੇ ਵਿੱਚ ਆਮ ਲੋਕਾਂ ਨੂੰ ਲੱਗੇ ਕਿ ਬਹੁਤ ਗਲਤ ਗੱਲ ਹੋ ਗਈ ਹੈ। ਉਰੀਜੀਤ ਪਟੇਲ ਭਾਵੇਂ ਉਹਨਾਂ ਦਾ ਹੀ ਲਿਆਂਦਾ ਸੀ, ਭਾਵੇਂ ਉਹ ਡੀਮੋਨੇਟਾਈਜੇਸ਼ਨ ਦੇ ਮੋਦੀ ਸਾਹਿਬ ਦੇ ਨਾਲ ਹੀ ਖੜਾ ਸੀ, ਪਰ ਇਸ ਕਿਸਮ ਦੇ ਨਾਲ ਜਾਣਾ ਔਰ ਇਹ ਇੰਸਟੀਟਿਊਸ਼ਨਲ ਜਿਹੜਾ ਹੈਗਾ ਡਿਲੂਸ਼ਨ, ਇਹ ਅਕ੍ਰੋਸ ਦਾ ਬੋਰਡ ਹੈ। CAG ਦੇ ਵਿੱਚ ਵੀ ਇਹ ਸਾਰਿਆਂ 'ਚ। ਮੈਂ ਇਹ ਨਹੀਂ ਕਹਿ ਰਿਹਾ ਕਿ ਕਾਂਗਰਸ ਨੇ ਨਹੀਂ ਕੀਤਾ। ਦੇਖੋ, ਮੈਂ ਇੱਦਾਂ ਮੈਂ ਡਿਬੇਟ ਹੀ ਨਹੀਂ ਕਰ ਰਿਹਾ। ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਸ਼ਾਇਦ ਲੋਕਾਂ ਦਾ ਰਿਸਪੌਂਸ ਠੀਕ ਹੈ। ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਇੰਸਟੀਟਿਊਸ਼ਨਸ ਤਾਂ ਸਾਡੇ ਨਾਲ ਖੜੀਆਂ ਹੀ ਨਹੀਂ ਸੀ। ਸਾਡੇ ਨਾਲ ਤਾਂ ਪਹਿਲਾਂ ਵੀ ਨਹੀਂ ਸੀ। ਸੋ ਜਿਹਨੂੰ ਮਰਜ਼ੀ ਲਾਣਾ ਸੁਪਰੀਮ ਕੋਰਟ ਦਾ ਜੱਜ ਲਾ ਲਓ, ਹਟਾ ਦਿਓ। ਜੇ 4 ਜੱਜਸ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਲੋਕ ਸੜਕਾਂ ਤੇ ਨਹੀਂ ਆਏ। ਜਿਹੜਾ ਤੁਸੀਂ CBI ਦਾ ਡਾਇਰੈਕਟਰ ਵੀ ਲਾ ਲੈਣਾ ਤੇ ਉੱਥੇ ਗਰੀਬ ਬੰਦੇ ਨੂੰ ਕੀ ਮਿਲਣਾ ਉਹਦੇ ਨਾਲ? ਜੇ ਤੁਸੀਂ RBI ਦਾ ਗਵਰਨਰ ਦੂਜਾ ਲਾ ਦੇਣਾ, ਉਹਦਾ ਬੈਂਕ ਅਕਾਊਂਟ ਕਰਕੇ ਉਹ 'ਚ ਪੈਸੇ ਤਾਂ ਆ ਨਹੀਂ ਜਾਣੇ, ਉਹਦੀਆਂ ਵੇਜ ਨਹੀਂ ਵੱਧ ਜਾਣੀਆਂ। ਜੇ ਤੁਸੀਂ ਇਹ ਤਾਂ ਇੱਕ ਮਿਡਲ ਕਲਾਸ ਦਾ ਜਿਹੜੇ ਜਿਨ੍ਹਾਂ ਦੇ ਸਟੇਕਸ ਨੇ ਸਿਸਟਮ 'ਚ, ਉਹਨਾਂ ਨੂੰ ਕੰਸਰਨ ਕਰ ਸਕਦਾ। ਇੱਕ ਗਰੀਬ 70% ਜਿਹੜੇ ਲੋਕ ਇਹ ਗਰੀਬ ਕਿਸਾਨ ਹੈ, ਉਹ ਸੜਕਾਂ 'ਤੇ ਕਿਉਂ ਨਾ ਜਾਣ? ਵਾਏ ਹੁਣ ਇੱਥੇ ਇਸ਼ੂ ਇਹ ਹੈ, ਚਲੋ ਮੰਨ ਲਿਆ ਕਿ ਉਹਨਾਂ ਦਾ ਆਪਣਾ ਮਾਈਂਡ ਹੈ, ਪਰ ਆਈਡੀਆਜ਼ ਮੇਰੇ ਨੇ ਜਾਂ ਤੁਹਾਡੇ ਨੇ ਉਹਨਾਂ ਦੇ ਮਾਈਂਡ 'ਚ, ਪਰ ਇੰਨੇ ਵੀ ਨਹੀਂ
ਕਿ ਉਹ ਤੁਹਾਡੇ ਇਹਨਾਂ ਗੱਲਾਂ ਲਈ ਸਟਰੀਟ ਤੇ ਆ ਜਾਣ। ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਜਦੋਂ ਕਦੀ ਕੁਝ ਠੀਕ ਕੀਤਾ ਤਾਂ ਉਹ ਅਤ ਗਰੀਬ ਨਹੀਂ ਕੀਤਾ, ਉਹਨਾਂ ਨੇ ਵੋਟਾਂ ਪਾ ਕੇ ਇੰਦਰਾ ਗਾਂਧੀ ਬਾਹਰ ਸੁੱਟੀ, ਉਹਨਾਂ ਨੇ ਵੋਟਾਂ ਪਾ ਕੇ ਜਨਤਾ ਪਾਰਟੀ ਬਾਹਰ ਸੁੱਟੀ। ਇਸ ਕਰਕੇ ਇਸ਼ੂ ਉਹਨਾਂ ਲਈ ਇੰਸਟੀਟਿਊਸ਼ਨਸ ਦਾ ਨਹੀਂ ਹੈ, ਉਹਨਾਂ ਦਾ ਇਸ਼ੂ ਹੈ ਰੋਜ਼ਮਰਰਾ ਦੀ ਜ਼ਿੰਦਗੀ ਦੀ ਜਿਹੜੀ ਉਹਨਾਂ ਦੀ ਮਾਰਜਨਲਾਈਜੇਸ਼ਨ ਹੋ ਰਹੀ ਹੈ, ਜਿਹਦੇ 'ਚ ਉਹਨਾਂ ਨੂੰ ਮਤਲਬ ਰੋਜ਼ਗਾਰ ਨਹੀਂ ਮਿਲਦੇ, ਜਿਹਨੇ ਉਹਨਾਂ ਨੂੰ ਐਜੂਕੇਸ਼ਨ 'ਚ ਐਕਸੈਸ ਨਹੀਂ ਮਿਲਦਾ। ਤੁਸੀਂ ਉਹ ਬਰਡਨ ਸਟੇਟ ਐਕਟਰ ਦੇ ਉੱਤੋਂ ਤਾਂ ਘਟਾ ਨਹੀਂ ਸਕਦੇ ਨਾ, ਕਿ ਉਹ ਇੰਸਟੀਟਿਊਸ਼ਨਸ ਦੀ ਇਹ ਜਿਹੜੀ ਡਿਲੂਸ਼ਨ ਹੈ ਉਹਨਾਂ ਦੀ ਸ਼ਕਤੀ ਨੂੰ ਲਗਾਤਾਰ ਖੋਰਾ ਲੱਗ ਰਿਹਾ, ਜਿਹੜਾ ਅਸੀਂ ਬੜੀ ਮੁਸ਼ਕਿਲ ਨਾਲ ਇਹ ਸਟਰਕਚਰਸ ਖੜੇ ਕਰਦੇ ਹਾਂ। ਕਿਸੇ ਦੇਸ਼ ਦੇ ਵਿੱਚ ਇਹ ਆਸਾਨ ਨਹੀਂ ਹੁੰਦਾ ਕਿ ਪੂਰੇ ਦੇਸ਼ ਦੇ ਵਿੱਚ ਇੱਕ ਆਮ ਸਹਿਮਤੀ ਹੋ ਜਾਵੇ ਕਿ ਇਹ ਆਈਨ ਹੈ ਸਾਡਾ, ਇਹ ਸੰਵਿਧਾਨ ਹੈ, ਇਹ ਸਟਰਕਚਰ ਹੈ, ਇਹ ਸੁਪਰ ਸਟਰਕਚਰ ਹੈ, ਇਹ ਐਂਬਲਮ ਹੈ ਤੇ ਇਹ ਹਿਲਣਾ ਨਹੀਂ ਚਾਹੀਦਾ, ਦੇਸ਼ ਇਹਦੇ ਤੇ ਖੜਾ ਹੈ ਤੇ ਉਹ ਬਾਰ-ਬਾਰ ਹਿਲਦਾ ਦਿਖਾਈ ਦਿੰਦਾ। ਗੱਲ ਇਹ ਹੈ ਕਿ ਵੀ ਜਦੋਂ ਇਹ ਇੰਸਟੀਟਿਊਸ਼ਨਸ ਕਿਸ ਤਰ੍ਹਾਂ ਲੋਕਾਂ ਨੂੰ ਅਫੈਕਟ ਕਰਦੀਆਂ ਤੇ ਤੁਸੀਂ ਲੋਕਾਂ ਨੂੰ ਦੱਸੋਗੇ ਹੀ ਨਹੀਂ, ਦੱਸ ਦੇਣ ਨਾ। ਜੇ ਲੋਕਾਂ ਨੂੰ ਪੋਜ਼ਿਟਿਵ ਇਫੈਕਟ ਕਰਦੀਆਂ ਵੀ ਉਹਨਾਂ ਦਾ ਫਿਰ ਇੰਸਟੀਟਿਊਸ਼ਨ ਦਾ ਡਿਕਲਾਈਨ ਹੋ ਰਿਹਾ ਹੈ ਤੇ ਲੋਕਾਂ ਨੂੰ ਦੱਸ ਦੋ ਜਾ ਕੇ ਨਾ। ਦੂਜੀ ਪੋਲੀਟੀਕਲ ਪਾਰਟੀਆਂ ਦਾ ਕੰਮ ਹੈ ਕਿ ਦੇਖੋ ਇਹ ਇੰਸਟੀਟਿਊਸ਼ਨ ਖਤਮ ਹੋ ਰਹੀਆਂ, ਇਹਦੇ ਕਰਕੇ ਤੁਹਾਡਾ ਇਹ ਨੁਕਸਾਨ ਹੋਏਗਾ ਹੈ, ਤੇ ਫਿਰ ਲੋਕੀ ਪ੍ਰੋਟੈਸਟ ਵੀ ਕਰਨਗੇ, ਲੋਕੀ ਫਿਰ ਉਸ ਬਾਰੇ ਸੋਚਣਗੇ ਵੀ, ਗੱਲ ਵੀ ਕਰਨਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਇੰਸਟੀਟਿਊਸ਼ਨਲ ਜਿਹੜੀਆਂ ਡਿਬੇਟ ਹੈ, ਇੱਕ ਰੂਲਿੰਗ ਇਹ ਮੀਡੀਏਸ਼ਨ ਕਿੰਨੇ ਕਰਨੀ ਸੀ ਬਿਟਵੀਨ ਇੰਸਟੀਟਿਊਸ਼ਨਸ ਤੇ ਇਲੈਕਟੋਰੇਟ, ਉਹਨਾਂ ਨੇ ਕਰਨੀ ਸੀ, ਪਾਰਟੀਆਂ ਨੇ ਕਰਨੀ ਸੀ। ਖਲਕਤ ਤੇ ਸਟਰਕਚਰ ਦੇ ਵਿੱਚ ਇਹ ਮੀਡੀਏਸ਼ਨ ਤਾਂ ਕਿਸ ਪੋਲੀਟੀਕਲ ਪਾਰਟੀਆਂ ਨੇ ਕਰਨੀ ਸੀ। ਪੋਲੀਟੀਕਲ ਪਾਰਟੀ, ਪੱਤਰਕਾਰ, ਇੰਟੈਲੈਕਚੁਅਲ, ਬੁੱਧੀਜੀਵੀ, ਐਕੈਡੈਮਿਕਸ, ਇਹ ਸਾਰਾ ਪ੍ਰੋਫੈਸ਼ਨਲ ਲਾਣਾ ਜਿਨ੍ਹਾਂ ਦਾ ਕੰਮ ਸੀ। ਪੋਲੀਟੀਕਲ ਪਾਰਟੀਆਂ ਤਾਂ ਗੱਲ ਪੋਲੀਟੀਕਲ ਪਾਰਟੀ ਤਾਂ ਇੰਨੀ ਗੱਲ ਕਰਦੀ ਆ ਨਾ ਕਿ ਇਹ CBI ਹੁਣ ਸਾਡੇ ਮਗਰ ਲਾਤੀ ਜਾਏਗੀ। ਉਹ ਕਹਿੰਦੇ ਪਹਿਲੇ ਤੁਸੀਂ ਸਾਡੇ ਮਗਰ ਲਾਤੀ ਸੀ। ਹੁਣ ਕੁਐਸਚਨ ਇਹ ਹੈ ਕਿ ਵੀ ਜਿਨ੍ਹਾਂ ਮਾਇਆਵਤੀ ਦੇ ਪਿੱਛੇ ਤਾਂ ਲੱਗਣੀ ਹੈ, ਡਿਪੈਂਡ ਕਰਦਾ ਉੱਤੇ ਜਿਨ੍ਹਾਂ ਕੋਲ ਰਿਸੋਰਸਿਸ ਨਹੀਂ ਹੈ, ਉਹਨਾਂ ਨੂੰ ਜਿਨ੍ਹਾਂ ਨੇ ਨਾ ਕਰਪਟ ਪ੍ਰੈਕਟਿਸਿਸ 'ਚ ਇਨਵੋਲਵ ਨੇ, ਉਹਨਾਂ ਨੂੰ ਇਹਨਾਂ ਇੰਸਟੀਟਿਊਸ਼ਨਸ ਤੋਂ ਕੋਈ ਬਹੁਤਾ ਰੈਲੇਵੈਂਸ ਉਹਨਾਂ ਨੂੰ ਸਮਝ ਨਹੀਂ ਆਉਂਦੀ। ਪਰ ਕਿਉਂਕਿ ਰਿਸੋਰਸਿਸ ਪਬਲਿਕ ਦੇ ਨੇ, ਪਬਲਿਕ ਰਿਸੋਰਸਿਸ ਮਿਸਐਪਰੋਪ੍ਰੀਏਟ ਹੋ ਰਹੇ ਨੇ, ਅਲੱਗ ਢੰਗ ਨਾਲ ਯੂਜ਼ ਹੋ ਰਹੇ ਨੇ, ਜਿਹੜੇ ਕਿ ਗਲਤ ਨੇ, ਲੋਕਾਂ ਦੇ ਕੰਮ ਲਈ ਨਹੀਂ ਹੋ ਸਕਦੇ। ਤੇ ਲੋਕਾਂ ਨੂੰ ਇਸ ਬਾਰੇ ਸੈਂਸਿਟਾਈਜ਼ ਕਰਨਾ, ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇੰਟੈਲੈਕਚੁਅਲਸ ਨੇ, ਉਸ ਤੋਂ ਬਾਅਦ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਉਹਨਾਂ ਨੂੰ ਚਾਹੀਦਾ ਵੀ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਵੀ ਇੰਸਟੀਟਿਊਸ਼ਨਲ ਕੋਲੈਪਸ ਜਿਹੜਾ ਹੈਗਾ ਇਹ ਇੱਕ ਬੜਾ ਵੱਡਾ ਕੋਲੈਪਸ ਹੈ, ਔਰ ਜਿਹਦੇ ਨਾਲ ਇਹਨਾਂ ਦੀਆਂ ਲਿਵਿੰਗ ਤੇ, ਜ਼ਿੰਦਗੀ ਤੇ, ਸੋਚ ਵਿਚਾਰ ਤੇ ਅਸਰ ਪੈਂਦਾ। ਉਹਦੇ ਬਾਰੇ ਸੈਂਸਿਟਾਈਜ਼ ਕਰਨ ਦੀ ਲੋੜ ਹੈ। ਜੇ ਲੈਂਡ ਐਕੁਇਜ਼ੀਸ਼ਨ ਦਾ ਮਾਮਲਾ ਰੋਕਿਆ ਹੈ ਤਾਂ ਕਿਸਾਨਾਂ ਨੇ ਐਜੀਟੇਸ਼ਨ ਕਰਕੇ ਪਾਰਲੀਮੈਂਟ ਦੇ ਵਿੱਚ ਰੋਕਿਆ। ਇਸ ਕਰਕੇ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਅਸੀਂ ਲੋਕਾਂ ਨੂੰ ਬਲੇਮ ਨਹੀਂ ਕਰ ਸਕਦੇ, ਤੁਸੀਂ ਐਜੀਟੇਟ ਕਿਉਂ ਨਹੀਂ ਕਰਦੇ ਵੀ ਉਹਨਾਂ ਨੂੰ ਉਸ ਗੱਲ ਬਾਰੇ ਤੁਸੀਂ ਨਾ ਤਾਂ ਸੈਂਸਿਟਾਈਜ਼ ਕੀਤਾ, ਨਾ ਉਹਨਾਂ ਨੂੰ ਡਾਇਰੈਕਟ ਤੌਰ ਤੇ ਉਹਦਾ ਕੋਈ ਐਡਵਾਂਟੇਜ ਜਾਂ ਡਿਸਐਡਵਾਂਟੇਜ ਦਿਖਾਈ ਦਿੰਦਾ ਨਹੀਂ। ਸੋ ਜਾਂ ਤਾਂ ਉਹਨੂੰ ਦਿਖਾਇਆ ਜਾਵੇ। ਸੋ ਮੈਂ ਸਮਝਦਾ ਵੀ ਇਹ ਇੱਕ ਜਿਹੜਾ ਨੌਲੇਜ ਜਿੱਦਾਂ ਦੀ ਅਸੀਂ ਜਨਰੇਟ ਕਰਦੇ ਹਾਂ ਔਰ ਜਿੱਦਾਂ ਦੀ ਨੌਲੇਜ ਡਿਸੈਮੀਨੇਟ ਕਰਦੇ ਆ ਸ਼ਾਮ ਨੂੰ ਬਹਿ ਕੇ ਟੀਵੀ ਤੇ, ਉਹਦੇ ਤਾਂ ਮੈਨੂੰ ਤਾਂ ਕਦੀ ਨਜ਼ਰ ਨਹੀਂ ਆਇਆ ਵੀ ਇਸ ਗੱਲ ਤੁਸੀਂ ਸਮਝਾਈ ਹੋਏ ਕਾਮਨ ਬੰਦੇ ਨੂੰ ਵੀ ਭਾਈ ਇਹ ਇੰਪਲੀਕੇਸ਼ਨ ਕਮੈਂਟ ਔਨ ਦ ਮੀਡੀਆ ਨਾਓ ਦੈਟ ਯੂ ਆਰ ਟੈਂਪਟਡ ਟੂ, ਤੁਸੀਂ ਕਿ ਟੀਵੀ ਤੇ ਜਿਸ ਕਿਸਮ ਦੀ ਨੌਲੇਜ ਡਿਸੈਮੀਨੇਟ ਕਰਦੇ ਹੋ, ਯੂ ਫ੍ਰੀ ਟੂ ਕਮੈਂਟ ਔਨ ਦ ਮੀਡੀਆ। ਤੁਹਾਨੂੰ ਲੱਗਦਾ ਹੈ ਜਿਹੜਾ ਮੀਡੀਆ ਨੇ ਮੀਡੀਏਸ਼ਨ ਕਰਨੀ ਸੀ ਉਹਦੇ ਵਿੱਚ ਵੀ ਉਹ ਬੇਈਮਾਨੀ ਆ ਚੁੱਕੀ ਹੋਈ ਹੈ? ਨਹੀਂ, ਉਹ ਚਾਹੀਏ ਵੀ ਤੁਸੀਂ ਕੰਪਲੈਕਸ ਉਹਦੀ ਟਰਮੀਨੋਲੋਜੀ, ਉਹਦੀ ਭਾਸ਼ਾ, ਉਹਦੀ ਵਿਆਕਰਨ ਤੇ ਫਿਰ ਉਹਦੇ ਹਿੱਤਾਂ ਦਾ ਮੇਲ ਜਿਹੜਾ ਉਹ ਵੀ ਖਲਕਤ ਤੋਂ ਉਖੜਿਆ ਹੋਇਆ। ਨਹੀਂ, ਉਹ ਤੇ ਜਿਹੜੀ ਲੈਂਗੁਏਜ ਹੈ, ਖਾਲੀ ਲੈਂਗੁਏਜ ਦੀ ਗੱਲ ਨਹੀਂ, ਉਹਦਾ ਕੰਟੈਂਟ ਵੀ ਜਿਹੜਾ ਹੈ, ਔਰ ਜਿਹੜੀ ਉਹਦੇ 'ਚ ਅਪਰੋਚ ਹੈ ਉਹ ਇਹ ਹੈ ਵੀ ਜਿਹੜੀ ਅਸੀਂ ਆਮ ਗੱਲ ਕਰਦੇ ਹਾਂ ਵੀ ਕੰਪਲੈਕਸ ਮਸਲੇ ਜਿਹੜੇ ਨੇ ਉਹਨਾਂ ਦਾ ਸਿੰਪਲ ਆਨਸਰ ਲੱਭ ਕੇ ਲੋਕਾਂ ਤੱਕ ਪਹੁੰਚਾਉਣਾ, ਤੇ ਉਹਦੀ ਕੰਪਲੈਕਸਿਟੀ ਨਹੀਂ ਪਹੁੰਚਾਉਂਦੇ ਸਿੱਧੇ ਤੌਰ ਤੇ ਹਾਂ ਜਾਂ ਨਾ, ਇਹ ਨਹੀਂ ਹੋਇਆ ਕਰਦਾ ਸਮਾਜ ਦੇ ਵਿੱਚ। ਸੋ ਸੁਣਦੇ ਅਸੀਂ ਇਹ ਆਮ ਤੌਰ ਤੇ ਕਿ ਜੀ ਤੁਸੀਂ ਨਾ ਮਾਮਲਾ ਸਿੰਪਲੀਫਾਈ ਕਰਕੇ ਦੱਸੋ, ਥੋੜਾ ਸਿੱਧਾ ਸੁਖਾਲਾ ਕਰਕੇ ਦੱਸ ਦਿਓ। ਦਰਅਸਲ ਇਹ ਜ਼ਰੂਰੀ ਸੀ ਮੀਡੀਆ ਨੂੰ ਸਮਝਣਾ ਕਿ ਅਸੀਂ ਮਾਮਲੇ ਨੂੰ ਸੁਖਾਲਾ ਕਰਕੇ ਨਹੀਂ ਦੱਸਣਾ, ਲੋਕਾਂ ਨੂੰ ਇਹ ਦੱਸਣਾ ਬੜਾ ਪੇਚੀਦਾ ਜੇ ਇਹਦੇ ਪੇਚ ਇਹ ਨੇ, ਤੇ ਉਹਨਾਂ ਨੂੰ ਇਸ ਢੰਗ ਨਾਲ ਸਮਝਾਉਣਾ ਕਿ ਲੋਕਾਂ ਤੱਕ ਉਹਦੀ ਪੇਚੀਦਗੀ ਸਮਝ ਆ ਜਾਵੇ, ਉਹ ਜ਼ਿਆਦਾ ਇਨਫੋਰਮਡ ਹੋਣ। ਉਹਨਾਂ ਨੂੰ ਉਹ ਜਿਹੜੀ ਪੇਚੀਦਗੀ ਹੈ ਉਹਨੂੰ ਸਿੰਪਲੀਫਾਈ ਕਰਕੇ ਦੱਸਣਾ, ਪੇਚੀਦਗੀ ਨੂੰ ਸਿੰਪਲੀਫਾਈ ਕਰਨਾ, ਇਹ ਨਹੀਂ ਵੀ ਉਹਦਾ ਸਿੰਪਲ ਆਨਸਰ ਨਹੀਂ ਦੇਣਾ। ਸੋ ਇਸ ਕਰਕੇ ਪੇਚੀਦਗੀ ਨੂੰ ਕੰਪਲੈਕਸ ਸਵਾਲਾਂ ਦਾ ਸਿੰਪਲ ਆਨਸਰ ਨਹੀਂ ਦੇਣਾ, ਸਿੰਪਲ ਸਵਾਲਾਂ ਦੇ ਕੰਪਲੈਕਸ ਆਨਸਰ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਉਣਾ ਜਿਹੜੇ ਉਹਨਾਂ ਤੱਕ ਪਹੁੰਚਣ। ਉਹ ਨਹੀਂ ਅਸੀਂ ਕਰਦੇ। ਜਿਹੜੇ ਸਾਡੇ ਰਾਈਟਰ ਕਹਿੰਦੇ ਥੋੜਾ ਸੁਖਾਲਾ ਲਿਖਿਆ ਕਰੋ ਜੀ, ਇਹ ਸੁਖਾਲੇਪਨ ਤੋਂ ਵੀ ਇਹ ਸਾਨੂੰ ਥੋੜਾ ਜਿਹਾ ਨਾ ਹੁਣ ਪਿੱਛੇ ਹਟਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਹੁਣ ਕਿਸਾਨੀ ਦੀ ਗੱਲ ਹੋ ਰਹੀ ਹੈ, ਤੁਸੀਂ ਕਿਤੇ ਲੋਕਾਂ ਤੱਕ ਲੈ ਕੇ ਗਏ ਵੀ ਕਿਸਾਨੀ ਦਾ ਕ੍ਰਾਈਸਿਸ ਕਿਉਂ ਹੈ? ਉਹ ਸਾਰੀਆਂ ਲੇਅਰਸ ਦੱਸੋ ਕਿ ਵੀ ਐਗਰੀਕਲਚਰ ਜਿਹੜੀ ਸੀ ਹੁਣ ਸਬਸਿਡੀ
ਸੈਕੰਡਰੀ ਹੋ ਗਈ ਹੈ, ਮੇਨ ਸਟ੍ਰੀਮ ਆਪਣੀ ਇਕਨੋਮੀ ਦਾ ਹਿੱਸਾ ਨਹੀਂ ਰਹੀ। ਔਰ ਇਹਦੀ ਕੰਪੀਟੀਟਿਵਨੈਸ ਕਿੱਦਾਂ ਹੁੰਦੀ ਹੈ, ਕ੍ਰੌਪਸ ਕਿੱਦਾਂ ਉਗਾਈਆਂ ਜਾਂਦੀਆਂ, ਉਹਦੇ ਇਨਪੁਟ ਕਾਸਟ ਕੀ ਹੈ, ਆਊਟਪੁਟ ਕੀ ਹੈ, ਉਹਨੂੰ ਕਿਸ ਤਰ੍ਹਾਂ ਮਤਲਬ ਬਹੁਤ ਹੀ ਥੋੜੇ ਜਿਹੇ ਲੋਕਾਂ ਨੇ ਲਿਆ ਹੋਇਆ ਬਸ ਉਹ ਇੱਕ ਜਿਹੜਾ ਗਿਣੇ ਕੁਝ ਲੋਕ ਨੇ, ਕੋਈ ਡੈਮੋਕ੍ਰੇਸੀ ਦਾ ਐਡਵਾਂਟੇਜ। ਮੈਨੂੰ ਖੁਸ਼ੀ ਹੈ ਵੀ ਉਹਨਾਂ 'ਚ ਬਹੁਤ ਸਾਰੇ ਦਲੀਲ ਦੇ ਪ੍ਰੋਗਰਾਮ ਤੇ ਆਉਂਦੇ ਜਾਂਦੇ ਨੇ, ਚਾਹੇ ਉਹ ਪੀ ਸਾਈਨਾਥ ਹੋਣ, ਚਾਹੇ ਉਹ ਦਵਿੰਦਰ ਸ਼ਰਮਾ ਹੋਣ, ਜੋਗਿੰਦਰ ਯਾਦਵ ਹੋਣ, ਬਹੁਤ ਸਾਰੇ ਲੋਕ ਇੱਥੇ ਆਉਂਦੇ ਰਹਿੰਦੇ ਨੇ। ਮੈਂ ਹੋਰ ਵੀ ਗੱਲ ਕਰਾਂਗਾ, ਬਹੁਤ ਸਾਰੇ ਵੱਡੇ ਸਵਾਲ ਜਿਹੜੇ ਅਸੀਂ ਹੁਣ ਰਾਜਨੀਤੀ 'ਚ ਪੁੱਛਣੇ ਛੱਡ ਦਿੱਤੇ ਨੇ। ਫੋਰ ਐਗਜ਼ਾਮਪਲ ਇਹ ਫਸਟ ਪਾਸਟ ਦਾ ਪੋਸਟ ਜਿਹੜਾ ਸਿਸਟਮ ਹੈ, ਇੱਕ ਬੰਦਾ ਇੱਕ ਵੋਟ, ਕੀ ਇਹਦੇ ਬਾਰੇ ਅਸੀਂ ਕਦੀ ਦੁਬਾਰਾ ਕਦੀ ਵਿਚਾਰ ਕਰਾਂਗੇ? ਜਿਹੜੇ ਸਾਡੇ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬ ਦੀ ਰਿਪਰੈਜ਼ੈਂਟੇਸ਼ਨ ਦੇ ਮਾਮਲੇ ਨੇ, ਬਾਰ-ਬਾਰ ਉਹ ਸਵਾਲ ਉੱਠਦੇ ਨੇ ਕਿ ਇਹਨਾਂ ਬਾਰੇ ਦੁਬਾਰਾ ਵਿਚਾਰ ਹੋਵੇਗੀ? ਤੇ ਜਿਹੜੀ ਇਹ ਪੋਲਿਟਿਕਸ ਆਫ ਐਂਟਾਈਟਲਮੈਂਟ ਹੈ, ਪੋਪੂਲਿਜ਼ਮ ਹੈ, ਕੀ ਅਸੀਂ ਕਦੀ ਰੈਡੀਕਲੀ ਇਹਦੇ ਬਾਰੇ ਸੋਚ ਸਕਾਂਗੇ? ਦੇ ਆਰ ਬਿਗ ਕੁਐਸਚਨਸ। ਤੇ ਫਿਰ ਉਸ ਸਵਾਲ ਅਜੇ ਰਹਿੰਦਾ ਆਪਣਾ ਅਗਲੇ ਸੈਗਮੈਂਟ ਦੀ ਕਿ ਪੰਜਾਬ ਦੀ ਰਾਜਨੀਤੀ ਬਾਰੇ ਵੀ ਤਾਂ ਤੁਹਾਡੇ ਨਾਲ ਚਰਚਾ ਕਰਨੀ ਹੈ, ਬਟ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਦੇਸ਼ ਦੁਨੀਆ ਦੇ ਹਾਲਾਤ ਦੇ ਉੱਤੇ ਤੇ ਗੱਲ ਕਰਾਂਗੇ ਪੰਜਾਬ ਦੀ ਵੀ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਡਾਕਟਰ ਪ੍ਰਮੋਦ ਕੁਮਾਰ ਜੀ। ਡਾਕਟਰ ਪ੍ਰਮੋਦ ਕੁਮਾਰ ਜੀ, ਕਿਸ ਕਿਸਮ ਦੇ ਨਾਲ ਰਾਜਨੀਤੀ ਚੱਲੇ ਇੰਜ ਕਿ ਜਿਹੜੀਆਂ ਸਾਡੀਆਂ ਛੁਪੀਆਂ ਆਸਾਂ ਨੇ ਕਿ ਕਦੀ ਸਿਹਤ ਦਾ ਮੁੱਦਾ ਵੀ ਵੱਡਾ ਰਾਜਨੀਤਿਕ ਮੁੱਦਾ ਬਣ ਜਾਵੇ, ਕਦੀ ਸਿੱਖਿਆ ਦਾ ਮੁੱਦਾ ਵੀ ਵੱਡਾ ਰਾਜਨੀਤਿਕ ਮੁੱਦਾ ਬਣ ਜਾਵੇ। ਜਿਹੜੇ ਪੋਲੀਟੀਸ਼ੀਅਨ ਨੈਸ਼ਨਲ ਸਿਕਿਉਰਿਟੀ ਦੇ ਮੁੱਦੇ ਨੂੰ ਵੱਡਾ ਮੁੱਦਾ ਬਣਾ ਸਕਦੇ ਨੇ, ਉਹਨਾਂ ਵਿੱਚ ਇਹ ਕੁਵਤ ਤਾਂ ਹੈ, ਇਹ ਸ਼ਕਤੀ ਤਾਂ ਹੈ ਕਿ ਉਹ ਇਹਦੇ ਦੁਆਲੇ ਪੋਲਿਟਿਕਸ ਕਰ ਸਕਦੇ ਨੇ। ਜੇ ਅੱਜ ਪੈਰਿਸ ਦੀਆਂ ਸੜਕਾਂ ਦੇ ਉੱਤੇ ਯੈਲੋ ਵੈਸਟ ਵਾਲੀ ਮੂਵਮੈਂਟ ਦਿਖਾਈ ਦੇ ਰਹੀ ਹੈ, ਲਾਰਜਲੀ ਉਹ ਮਹਿੰਗਾਈ ਦੇ ਖਿਲਾਫ ਮਿਡਲ ਕਲਾਸ, ਅਪਰ ਮਿਡਲ ਕਲਾਸ ਤੱਕ ਲੋਕ ਬਾਹਰ ਨਿਕਲ ਕੇ ਆਏ ਨੇ। ਕੀ ਅਸੀਂ ਉਸ ਮੁਕਾਮ ਤੱਕ ਪਹਿਲੇ ਪਹੁੰਚੀਏ ਤੇ ਮਿਡਲ ਕਲਾਸ ਜਿਨ੍ਹਾਂ ਦੀ ਆਵਾਜ਼ ਹੈ, ਜਿਨ੍ਹਾਂ ਕੋਲ ਆਰਟੀਕੂਲੇਸ਼ਨ ਹੈ, ਉਹ ਬਾਹਰ ਆਉਣ ਤੇ ਮੁੱਦਾ ਬਣਾਉਣ, ਤਾਂ ਜਾ ਕੇ ਮਹਿੰਗਾਈ ਮੁੱਦਾ ਬਣੇਗੀ? ਜਿਹੜਾ ਇੱਕ ਆਲਮੋਸਟ ਮੰਜ਼ਰ ਨਜ਼ਰ ਵੀ ਆਇਆ ਸੀ ਆਮ ਆਦਮੀ ਪਾਰਟੀ ਦੀ ਮੂਵਮੈਂਟ ਵੇਲੇ ਕਿ ਖਲਕਤ ਨਾਲ ਥੱਲੇ ਧਰਤੀ ਦੇ ਉੱਤੇ ਅਸੀਂ ਇਹਨਾਂ ਚੀਜ਼ਾਂ ਨੂੰ ਇਸ਼ੂ ਬਣਾ ਸਕਾਂਗੇ। ਜਿਵੇਂ ਪੁਰਾਣੇ ਕਾਮਰੇਡ ਕਹਿੰਦੇ ਹੁੰਦੇ ਸੀ ਕਿ ਜਦੋਂ ਉਹਨੂੰ ਭੁੱਖ ਲੱਗਦੀ ਸੀ ਤਾਂ ਕਹਿੰਦੇ ਸੀ, ਸਾਥੀ ਤੈਨੂੰ ਭੋਜਨ ਨਹੀਂ ਚਾਹੀਦਾ, ਤੈਨੂੰ ਕਿਤਾਬ ਚਾਹੀਦੀ ਹੈ। ਕਿ ਮੈਂ ਕਦੀ ਉਹਨਾਂ ਲੋਕਾਂ ਨੂੰ ਇਹ ਕਹਿੰਦਿਆਂ ਰਾਜਨੀਤਿਕਾਂ ਨੂੰ ਦੇਖਾਂਗਾ ਕਿ ਤੁਹਾਨੂੰ ਪੈਨਸ਼ਨ ਨਹੀਂ ਚਾਹੀਦੀ, ਤੁਹਾਨੂੰ ਵਿਧਵਾ ਪੈਨਸ਼ਨ ਨਹੀਂ ਚਾਹੀਦੀ, ਤੁਹਾਡੇ ਬੱਚਿਆਂ ਨੂੰ ਸਕੂਲ ਫੀਸ ਮੁਆਫੀ ਨਹੀਂ ਚਾਹੀਦੀ, ਤੁਹਾਨੂੰ ਮੁਆਵਜ਼ਾ ਨਹੀਂ ਚਾਹੀਦਾ ਖੁਦਕੁਸ਼ੀ ਕੀਤੇ ਦਾ, ਤੁਹਾਡੇ ਬੱਚਿਆਂ ਨੂੰ ਵੱਡੀ ਪੜ੍ਹਾਈ ਤੇ ਤੁਹਾਡੇ ਲੋਕਾਂ ਨੂੰ ਚੰਗੀ ਸਿਹਤ ਚਾਹੀਦੀ ਹੈ, ਤੁਹਾਡੇ ਲੋਕਾਂ ਨੂੰ ਹਾਇਰ ਐਜੂਕੇਸ਼ਨ ਚਾਹੀਦੀ ਹੈ, ਤਾਂ ਐਮਪਾਵਰਮੈਂਟ ਚਾਹੀਦੀ ਹੈ, ਪੂਰੇ ਨਾਗਰਿਕਾਂ ਵਾਲੇ ਅਧਿਕਾਰ ਚਾਹੀਦੇ ਨੇ, ਇਸ ਸੰਵਿਧਾਨ ਦੀ ਛਤਰੀ ਚਾਹੀਦੀ ਹੈ। ਇਹ ਗੱਲ ਕਰਨ ਵਾਲਾ ਪੋਲੀਟੀਸ਼ੀਅਨ ਅਸੀਂ ਪੈਦਾ ਕਰਾਂਗੇ ਕਿ ਐਜ਼ ਡੈਮੋਕ੍ਰੇਸੀ ਇਸ ਸਿਸਟਮ ਦੇ ਵਿੱਚ ਇਹ ਸ਼ਕਤੀ ਹੈ ਕਿ ਇਹ ਅਜੇ ਰਾਜਨੀਤੀਵਾਨ ਲਈ ਕੋਈ ਜਗ੍ਹਾ ਰੱਖੇ। ਦੇਖੋ, ਗੱਲ ਇਹ ਹੈ ਕਿ ਮੈਂ ਪਹਿਲੇ ਵੀ ਕਿਹਾ ਕਿ ਡੈਮੋਕ੍ਰੇਸੀ 'ਚ ਚੁਆਇਸਿਸ ਜਿਹੜੀਆਂ ਮੈਕਸਿਮਾਈਜ਼ ਕਰਨ ਦੀ ਕਪੈਸਿਟੀ ਹੁੰਦੀ ਹੈ। ਇਹ ਤੁਹਾਡੀਆਂ ਚੁਆਇਸਿਸ ਨੂੰ ਉਹਨੂੰ ਮੈਕਸਿਮਾਈਜ਼ ਕਰ ਸਕਦੀ ਹੈ। ਹੁਣ ਜਿਵੇਂ ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਦੀ, ਉਹ ਇੱਕ ਚੁਆਇਸ ਮੈਕਸਿਮਾਈਜ਼ ਉੱਥੋਂ ਹੀ ਨਿਕਲੀ ਸੀ ਜੀ, ਪਰ ਉਹਨਾਂ ਨੇ ਜੇ ਉਹ ਨਹੀਂ ਪੂਰੀ ਕੀਤੀ ਤੇ ਲੋਕੀ ਹੁਣ ਫਿਰ ਆਲਟਰਨੇਟਿਵ ਲੱਭਣ ਲੱਗੇ। ਹੁਣ ਦੋਨੋਂ ਸਟੇਟਾਂ ਜਿਹੜੀਆਂ ਤੁਸੀਂ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਦੇਖੋ ਕਿ 20% ਲੋਕ ਦੋਨਾਂ ਸਟੇਟਾਂ 'ਚ ਉਹਨਾਂ ਨੇ ਮੇਨ ਸਟ੍ਰੀਮ ਪਾਰਟੀ ਨੂੰ ਵੋਟ ਨਹੀਂ ਪਾਈ। ਔਰ ਉਸ ਦੇ ਉੱਪਰ ਜਿਹੜੇ ਬਾਕੀ ਨਾਨ ਵੋਟਰਸ ਨੇ ਉਹ ਵੀ ਜੇ ਐਡ ਕਰ ਲਓ ਤੇ ਤੁਸੀਂ ਦੇਖੋ ਵੀ 30% ਲੋਕ ਜਿਹੜੇ ਨੇ ਉਹ ਇਹਨਾਂ ਪਾਰਟੀਆਂ ਦੇ ਨਾਲ ਚੱਲਣ ਨੂੰ ਤਿਆਰ ਨਹੀਂ, ਆਲਟਰਨੇਟਿਵ ਲੱਭ ਰਹੇ ਨੇ। ਸੋ ਮੈਨੂੰ ਜਿਹੜੀ ਇੱਕ ਗੱਲ ਲੱਗਦੀ ਹੈ ਕਿ ਵੀ ਇਹਦੇ ਵਿੱਚ ਚੁਆਇਸਿਸ ਤਾਂ ਜ਼ਰੂਰ ਹੈਗੀਆਂ ਨੇ। ਜੇ ਅਸੀਂ ਸਹੀ ਮੁੱਦੇ ਲੋਕਾਂ ਲਈ ਰੇਜ਼ ਕਰਾਂਗੇ ਕਿ ਤੁਹਾਨੂੰ ਹੈਲਥ ਚਾਹੀਦੀ ਹੈ ਪਰ ਉਹਦੇ ਲਈ ਲਾਈਵਲੀਹੁੱਡ ਵੀ ਚਾਹੀਦਾ, ਅਸੀਂ ਤੁਹਾਨੂੰ ਲਾਈਵਲੀਹੁੱਡ ਦੇ ਰਹੇ ਹਾਂ ਕਿ ਤੁਸੀਂ ਚੰਗੀ ਸਿਹਤ ਬੱਚਿਆਂ ਨੂੰ ਦਿਓ, ਆਪ ਵੀ ਚੰਗੀ ਸਿਹਤ ਰੱਖੋ, ਬੱਚਿਆਂ ਨੂੰ ਚੰਗੇ ਸਕੂਲਾਂ 'ਚ ਪੜ੍ਹਾਓ। ਔਰ ਇਹ ਜਦੋਂ ਤੁਸੀਂ ਕਰਦੇ ਹੋ ਪਰ ਲਾਈਵਲੀਹੁੱਡ ਤੇ ਨਹੀਂ ਦਿੰਦੇ, ਫਿਰ ਤੁਸੀਂ ਕਹਿੰਦੇ ਹੋ ਤੁਹਾਨੂੰ ਅਸੀਂ ਐਜ਼ ਏ ਖੁਰਾਕ ਸਿੱਖਿਆ ਵੀ ਦੇ ਰਹੇ ਹਾਂ, ਉੱਥੇ ਮਿਡ ਡੇ ਮੀਲ ਵੀ ਦੇ ਦਿਆਂਗੇ। ਤੇ ਜਦੋਂ ਖੁਰਾਕ ਦਿੰਦੇ ਹੋ ਤੇ ਫਿਰ ਡਰਾਪ ਆਊਟ ਵੀ ਹੁੰਦੇ ਨੇ। ਟਾਕ ਅਬਾਊਟ ਪੰਜਾਬ, ਜਿੱਥੇ ਕੰਡੀਸ਼ਨਸ ਰਿਲੇਟਿਵਲੀ ਬੈਟਰ ਨੇ, ਇੱਥੇ ਮੱਧ ਪ੍ਰਦੇਸ਼ ਵਰਗੀ, ਯੂਪੀ ਵਰਗੀ ਜਿਹੜੀ ਡਰਟ ਪੂਅਰ ਗੁਰਬਤ ਅਜੇ ਨਹੀਂ ਹੈ, ਅਜੇ ਕਿ ਹਾਲਾਤ ਬੜੇ ਮਾੜੇ ਨੇ, ਖੁਦਕੁਸ਼ੀਆਂ ਦਾ ਆਲਮ ਇੱਥੇ ਵੀ ਉਂਝਾ ਹੀ ਪਸਰਿਆ ਹੋਇਆ ਹੈ। ਪੰਜਾਬ ਦੇ ਵਿੱਚ ਜਿਹੜੇ ਮੁੱਦੇ ਨੇ ਉਹ ਤੁਹਾਨੂੰ ਕਿਵੇਂ ਬੰਤਰ ਰਹਿੰਦੇ ਦਿਖਾਈ ਦਿੰਦੇ ਨੇ? ਕਦੀ ਕਰਤਾਰਪੁਰ ਦੇ ਲਾਂਘੇ ਬਾਰੇ, ਕੋਰੀਡੋਰ ਬਾਰੇ, ਕਦੀ ਇਮਰਾਨ ਖਾਨ ਦੀ ਕਿਸੇ ਹਰਕਤ ਨਾਲ, ਕਦੀ ਪਾਕਿਸਤਾਨ ਦੀ ਫੌਜ ਦੇ ਮੁਖੀ ਦੇ ਕਿਸੇ ਬਿਆਨ ਦੇ ਨਾਲ, ਤੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਰਾਜਨੀਤੀ ਬਾਰ-ਬਾਰ ਹੁੰਦੀ ਹੈ, ਕਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ, ਕਦੀ ਬਰਗਾੜੀ ਮੋਰਚੇ ਦੇ ਲੱਗਣ ਬਾਰੇ, ਕਦੀ ਉੱਠਣ ਬਾਰੇ, ਮੁੜ ਲੱਗਣ ਬਾਰੇ। ਅਸੀਂ ਇੰਨੇ ਮਸਨੂਈ ਮਸਲਿਆਂ ਵਿੱਚ ਬਾਰ-ਬਾਰ ਕਿਉਂ ਫਸ ਜਾਂਦੇ ਹਾਂ? ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ 'ਤੇ ਅਸੀਂ ਇਹ ਸੋਚਦੇ ਸੀ ਕਿ ਐਕਸ਼ਨ ਹੋਵੇਗਾ ਤੇ ਰਾਜਨੀਤੀ ਨਹੀਂ ਹੋਵੇਗੀ, ਪਰ ਉਹ ਸਰੇਆਮ ਰਾਜਨੀਤੀ ਦੀ ਭੇਟ ਚੜ੍ਹ ਰਿਹਾ। ਇੰਨਾ ਸੈਂਸਿਟਿਵ ਮੁੱਦਾ ਵੀ। ਦੇਖੋ, ਤੁਹਾਡੀ ਇਹ ਕੁਐਸਚਨ 'ਚ ਹੀ ਤੁਹਾਡਾ ਜਵਾਬ ਹੈ ਪਹਿਲੇ ਸੈਗਮੈਂਟ 'ਚ ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ ਸੀ ਜੀ, ਕਿ ਵੀ ਇਹ ਬੀਜੇਪੀ ਜਿਹੜੀ ਹੈ ਇਹ ਕਿੱਦਾਂ ਫਰਕ ਹੈ ਕਾਂਗਰਸ ਤੋਂ। ਔਰ ਪੰਜਾਬ 'ਚ ਤੁਹਾਨੂੰ ਕੋਈ ਫਰਕ ਨਜ਼ਰ ਨਹੀਂ ਆਏਗਾ। ਕੋਈ ਰਾਜਨੀਤੀ,
ਜਿਹੜੀ ਉੱਥੇ ਗਊ ਦੀ ਗੱਲ ਹੁੰਦੀ ਹੈ, ਇੱਥੇ ਧਰਮ ਦੀ ਗੱਲ ਹੋ ਰਹੀ ਹੈ, ਇੱਥੇ ਦੂਜੀ ਹੁੰਦੀ ਹੈ। ਹੁਣ ਇੱਥੇ ਜਿਸ ਤਰ੍ਹਾਂ ਜਿਹੜਾ ਤੁਸੀਂ ਕਿਹਾ ਕਿ ਗਰੀਬ ਲੈਂਡਲੈਸ ਲੇਬਰ ਦਾ ਮਸਲਾ, ਇੱਕ ਛੋਟੇ ਕਿਸਾਨ ਦਾ ਮਸਲਾ, ਇੱਕ ਸ਼ਹਿਰ 'ਚ ਰਹਿਣ ਵਾਲੇ ਸਲਮ ਦਾ ਮਸਲਾ, ਉਹ ਤਾਂ ਹਰ ਰੋਜ਼ 3 ਕਿਸਾਨਾਂ ਦੀ ਖੁਦਕੁਸ਼ੀ ਦਾ ਮਸਲਾ, 3 ਕਿਸਾਨ ਮਜ਼ਦੂਰ ਰੋਜ਼ ਖੁਦਕੁਸ਼ੀ ਕਰ ਰਹੇ ਹੋਣ ਤੇ ਮਸਲਾ ਜਿਹੜਾ ਉਹ ਡਿਫਰੈਂਟ ਹੈ। ਉਹ ਮਸਲਾ ਜਿਹੜਾ ਹੈ ਕਿਉਂ ਨਹੀਂ ਡਿਬੇਟ ਹੁੰਦਾ? ਹੁਣ ਤਾਂ ਇੱਥੇ ਤਾਂ ਕਾਂਗਰਸ ਪਾਰਟੀ ਹੈ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀ ਕਿ ਪਾਥ ਆਫ ਡਿਵੈਲਪਮੈਂਟ ਤੇ। ਦੈਟਸ ਵੈਰੀ ਇੰਟਰਸਟਿੰਗ। ਤੁਸੀਂ ਜਿਹੜਾ ਯਾਦ ਕਰਿਆ ਨਾ ਕਿ ਇੱਥੇ ਤਾਂ ਕਾਂਗਰਸ ਪਾਰਟੀ ਹੈ, ਕਿਉਂਕਿ ਰਾਹੁਲ ਗਾਂਧੀ ਤਾਂ ਕਹਿ ਰਿਹਾ ਕਿ 21 ਦਿਨ ਕਾਂਗਰਸ ਬੈਠੇ ਪਾਰਲੀਮੈਂਟ ਤੇ ਕਿਸਾਨਾਂ ਦਾ ਮਸਲਾ ਡਿਸਕਸ ਕਰੇ। ਪਾਰਲੀਮੈਂਟ ਦਾ ਤਾਂ ਸੈਸ਼ਨ ਭੇਂਟ ਚੜ ਰਿਹਾ ਇਸ ਪਾਰਟੀਜ਼ਨ ਪੋਲਿਟਿਕਸ ਦੀ। ਪੰਜਾਬ ਦੇ ਵਿੱਚ ਅਸੈਂਬਲੀ ਨਹੀਂ ਡਿਬੇਟ ਕਰਦੀ। ਨਹੀਂ ਉਹਨੇ ਮੈਂ ਤਾਂ ਤੁਹਾਨੂੰ ਸਿਰਫ ਇੰਨੀ ਗੱਲ ਦੱਸੀ। ਤੁਸੀਂ ਮੈਨੂੰ ਇਹ ਪੁੱਛਿਆ ਸੀ ਵੀ ਇਹ ਜਿਹੜੀਆਂ ਪਾਰਟੀਆਂ ਨੇ ਇਹਨਾਂ 'ਚ ਆਪਸ 'ਚ ਕੋਈ ਫਰਕ ਹੈ? ਮੈਂ ਤੁਹਾਨੂੰ ਕਿਹਾ ਸੀ ਫਰਕ ਨਜ਼ਰ ਆਉਂਦਾ ਹੈ ਪਰ ਹੈ ਨਹੀਂ ਹੈ। ਜਦੋਂ ਪਾਥ ਆਫ ਡਿਵੈਲਪਮੈਂਟ ਦੀ ਗੱਲ ਆਉਂਦੀ ਹੈ ਰਸਤਾ ਸੇਮ ਹੈ। ਹੁਣ ਇਹਦੇ 'ਚ ਤੁਸੀਂ ਗੱਲ ਕੀਤੀ ਹੈ, ਹੁਣ ਪਹਿਲੇ ਬਲੈਸਫੇਮੀ ਐਕਟ ਆ ਗਿਆ, ਫਿਰ ਬਰਗਾਰੀ ਵੀ ਆਇਆ, ਫਿਰ ਉਸ ਤੋਂ ਬਾਅਦ ਹੁਣ ਕਰਤਾਰਪੁਰ ਦਾ ਸਾਰਾ ਡਿਸਕੋਰਸ ਹੈ। ਹੁਣ ਤੁਸੀਂ ਇਹ ਜਿਹੜਾ ਮੁੱਦੇ ਨੇ ਮੈਂ ਸਮਝਦਾ ਜ਼ਰੂਰੀ ਨੇ, ਇਹਨਾਂ 'ਚ ਕੋਈ ਐਸਾ ਮੁੱਦਾ ਨਹੀਂ ਜਿਹੜਾ ਜ਼ਰੂਰੀ ਨਹੀਂ ਹੈ। ਬਿਲਕੁਲ ਬਿਲਕੁਲ ਆਪਣੇ ਆਪ 'ਚ ਮੁੱਦੇ ਹੈਗੇ। ਅਜੇ ਕਿ ਬਲੈਸਫੇਮੀ ਐਕਟ ਬਣਾਉਣਾ ਆਈ ਥਿੰਕ ਦੈਟ ਵਾਜ਼ utter stupidity। ਦੇਖੋ ਪਾਕਿਸਤਾਨ ਦੇ ਵਿੱਚ ਉਹੀ ਐਕਟ, ਉਹੀ 295 ਤੇ ਉਹੀ ਹਾਲ ਦੇਖਿਆ। ਮੈਂ ਤਾਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਇਹ ਮੁੱਦੇ ਹੈਗੇ ਆ। ਹਾਂ ਮੁੱਦੇ ਹੈਗੇ ਬਿਲਕੁਲ। ਮੈਂ ਤਾਂ ਸਿਰਫ ਮੁੱਦਿਆਂ ਦੀ ਗੱਲ ਕਰ ਰਿਹਾ, ਠੀਕ ਗਲਤ ਤਾਂ ਆਵਾਂਗਾ। ਪਹਿਲੇ ਤਾਂ ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਵੀ ਇਹ ਮੁੱਦੇ ਆਪਣੇ ਆਪ 'ਚ ਮੁੱਦੇ ਨੇ ਜੀ। ਹੁਣ ਇਹ ਮੁੱਦੇ ਜਿਹੜੇ ਨੇ, ਹੁਣ ਇਹਨਾਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜੀ ਰਾਜਨੀਤੀ ਹੈ ਉਹਦੀ ਨੇਚਰ ਕੀ ਹੈ। ਮੈਂ ਇਹਦੇ 'ਚ ਪਹਿਲੇ ਉਹ ਕਰਕੇ ਫਿਰ ਮੈਂ ਆਊਂਗਾ ਰੀਅਲ ਮੁੱਦੇ ਕਿਹੜੇ ਹੋਣੇ ਚਾਹੀਦੇ ਸੀ। ਹੁਣ ਰਾਜਨੀਤੀ ਕੀ ਹੈ ਵੀ ਰਾਜਨੀਤੀ ਤਾਂ ਇਹ ਹੈਗੀ ਹੈ ਕਿ ਜਿਹਨੂੰ ਜੇ ਪੰਜਾਬ ਦੇ ਕੰਟੈਕਸਟ 'ਚ ਕਿਹਾ ਜਾਵੇ ਕਿ ਪੰਥਿਕ ਪੋਲਿਟਿਕਸ ਜਿਹੜੀ ਹੈ ਉਹਨੂੰ ਨਾਨ ਪੰਥਿਕ ਡੋਮੇਨ 'ਚ ਕਿੱਦਾਂ ਕਰਨਾ ਹੈ। ਇਹ ਆਰਟ ਹੈ ਪੰਜਾਬ ਪੋਲਿਟਿਕਸ ਦਾ, ਜਿਹੜਾ ਕਿ ਉਹ ਆਰਟ ਭੁੱਲ ਜਾ ਰਹੇ ਨੇ। ਤੁਸੀਂ ਪੰਥਿਕ ਪੋਲਿਟਿਕਸ ਪੰਥਿਕ ਡੋਮੇਨ 'ਚ ਹੀ ਕਰ ਰਹੇ ਹੋ ਤੇ ਉਹਦਾ ਨਤੀਜਾ ਰੈਡੀਕਲਾਈਜੇਸ਼ਨ ਹੁੰਦਾ। ਜੇ ਪੰਥਿਕ ਪੋਲਿਟਿਕਸ ਨੂੰ ਨਾਨ ਪੰਥਿਕ ਡੋਮੇਨ 'ਚ ਕਰੋ ਆ ਕੇ, ਜਿਸ 'ਚ ਸਾਰੇ ਲੋਕੀ ਜਿਹੜੇ ਮਲਟੀਕਲਚਰ ਸੁਸਾਇਟੀ ਹੈ ਪੰਜਾਬ ਦੀ, ਉਹਨਾਂ ਨੂੰ ਜੇ ਤੁਸੀਂ ਉਹ 'ਚ ਅੰਗੇਜ ਕਰੋ ਤੇ ਤੁਹਾਨੂੰ ਸ਼ਾਇਦ ਜਵਾਬ ਦੂਜੇ ਮਿਲਣਗੇ ਹੈ ਉਹਦੇ 'ਚ। ਕਿਉਂਕਿ ਉਹ ਜਿਹੜੀ ਨਾਨ ਪੰਥਿਕ ਡੋਮੇਨ ਆ ਉਹ ਬਾਉਂਡਰੀਆਂ ਡਿਫਾਈਨ ਕਰ ਦੇਗੀ ਵੀ ਇਸ ਤੋਂ ਅੱਗੇ ਨਹੀਂ ਜਾਣਾ, ਇਹਦੇ ਨਾਲ ਸੈਂਸਿਟੀਵਿਟੀ ਡਿਸਟਰਬ ਹੁੰਦੀਆਂ ਨੇ ਹੈ। ਹੁਣ ਜਿਵੇਂ ਤੁਸੀਂ ਕਰਤਾਰਪੁਰ ਦਾ ਮੁੱਦਾ ਇਹਨੀ ਅੱਛਾ ਹੋਰ ਇੰਟਰਸਟਿੰਗ ਮੁੱਦਾ ਜਿਹੜਾ 84 ਦੇ ਦੰਗਿਆਂ ਦੇ ਵਿੱਚ ਜਿਹੜੇ ਬੰਦਿਆਂ ਨੂੰ ਸਜ਼ਾ ਹੋ ਰਹੀ ਹੈ, ਉਹ ਜਿਹੜਾ ਮੁੱਦਾ ਹੈ ਮੈਨੂੰ ਉਹ ਮੁੱਦਾ ਇੰਨਾ ਇੰਪੋਰਟੈਂਟ ਲੱਗਦਾ। ਬਿਲਕੁਲ ਉਹ ਇਸ ਕਰਕੇ ਲੱਗਦਾ ਹੈ ਕਿ ਉਹ 'ਚ 3 ਗੱਲਾਂ ਨਵੀਆਂ ਆਈਆਂ ਨੇ। ਇੱਕ ਤਾਂ ਗੱਲ ਨਵੀਂ ਆਈ ਹੈ ਕਿ ਪੋਲਿਟਿਕਸ ਨੂੰ ਵੀ ਅਕਾਊਂਟੇਬਲ ਹੋਣਾ ਚਾਹੀਦਾ। ਐਬਸੋਲੂਟਲੀ ਉਹ ਬਰਗਾਰੀ 'ਚੋਂ ਨਿਕਲ ਕੇ ਆਉਂਦਾ, ਉਹ 84 ਦੇ ਦੰਗਿਆਂ 'ਚੋਂ ਨਿਕਲ ਕੇ ਆਉਂਦਾ, ਉਹ 2002 ਗੁਜਰਾਤ ਰਾਈਟਸ 'ਚੋਂ ਵੀ ਨਿਕਲ ਕੇ ਆਉਂਦਾ ਕਿ ਵੀ ਅਸੀਂ ਐਕਟਰ ਨੂੰ ਤਾਂ ਸਜ਼ਾ ਦੇ ਦਿੰਦੇ ਆ ਪਰ ਜਿਹੜੀ ਉਹ ਰਾਜਨੀਤੀ ਹੈ, ਜਿਸ ਰਾਜਨੀਤੀ ਨੇ ਉਸ ਵਾਇਲੈਂਸ ਨੂੰ ਇਨੇਬਲ ਕੀਤਾ, ਉਹਦੇ ਲਈ ਜਗ੍ਹਾ ਬਣਾਈ, ਉਹਨੂੰ ਪ੍ਰਵਾਨਿਤ ਕੀਤਾ ਤੇ ਫਿਰ ਉਹਨੂੰ ਇਨਾਮੀ ਕੀਤਾ, ਉਹਦਾ ਇਨਾਮ ਮਿਲਿਆ। ਔਰ ਇਹਦੇ ਵਿੱਚ ਤੁਸੀਂ ਦੇਖੋ ਜਮਹੂਰੀਅਤ ਦੀ ਖਾਸੀਅਤ ਕਿ ਇਹਦੇ ਵਿੱਚ ਇਹਨੇ ਇਹ ਮੁੱਦਾ ਜਿਹੜਾ ਸੀ ਕਈ ਸਾਲਾਂ ਤੋਂ ਗੱਲ ਕਰ ਰਹੇ ਸੀ ਹੁਣ ਸਰਫੇਸ ਤੇ ਲੈ ਆਂਦਾ ਕਿ ਜੇ ਇੱਥੇ ਕਿਹਾ ਜਾਂਦਾ ਹੈ ਕਿ ਆਪਣਾ ਜੇ ਪੁਰਾਣੇ ਚੀਫ ਮਿਨਿਸਟਰ ਸੀਗੇ ਮਿਸਟਰ ਬਾਦਲ, ਉਹਨਾਂ ਨੂੰ ਬਰਗਾਰੀ ਬਾਰੇ ਉਹਨਾਂ ਤੇ ਵੀ ਚਾਰਜ ਲੱਗ ਰਿਹਾ ਹੈ। ਇੱਦਾਂ ਹੀ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਤੇ ਵੀ ਚਾਰਜ ਲੱਗ ਰਿਹਾ ਹੁਣ ਕਿ ਉਹਨਾਂ ਤੇ ਰਾਹੁਲ ਗਾਂਧੀ ਵੀ ਉਹਨੂੰ ਢੋ ਰਹੇ ਨੇ, ਜਿਹੜੇ ਕਹਿੰਦੇ ਨੇ ਜੀ ਨਾ ਕਾਂਗਰਸ ਦਾ ਕੋਈ ਹੱਥ ਨਹੀਂ ਸੀਗਾ, ਐਬਜ਼ੋਲਵ ਕਰ ਰਹੇ ਨੇ ਇਮੀਡੀਏਟਲੀ। ਉਹ ਪਰ ਕਹਿਣਾ ਪਾ ਰਿਹਾ ਉਦੋਂ ਜਿਹੜਾ ਇੱਕ ਦਰਖਤ ਗਿਰਤਾ ਹੈ ਤਾਂ ਇਹ ਮਤਲਬ ਹੋਤਾ ਹੈ, ਬਾਰ-ਬਾਰ ਨਾਰਾ। ਔਰ ਉਸ ਤੋਂ ਪਹਿਲੇ ਅਗਲਾ ਨਾਰਾ ਵੀ ਗੁਜਰਿਆ ਕਿ ਜੇ 2002 ਦੇ ਮੋਦੀ ਜੀ ਨੇ ਜੋ ਉੱਥੇ ਕੀਤਾ ਸੀ ਉਹਦੇ ਬਾਰੇ ਵੀ ਗੱਲ ਹੋਵੇ। ਸੋ ਮੈਂ ਇਹਨੂੰ ਇੱਕ ਪੋਜ਼ਿਟਿਵ ਗੱਲ ਸਮਝਦਾ ਕਿ ਪਹਿਲੀ ਵਾਰ ਪੋਲੀਟੀਕਲ ਡਿਸਕੋਰਸ 'ਚ ਜਿਹੜੀ ਰਾਜਨੀਤੀ ਹੈ ਉਹਦਾ ਰੋਲ ਕੀ ਹੈ ਉਹਦੇ ਬਾਰੇ ਡਿਬੇਟ ਹੋ ਰਿਹਾ। ਕਿਹੜਾ ਅਕਾਊਂਟੇਬਲ ਹੋਏਗਾ ਕਿ ਨਹੀਂ ਹੋਏਗਾ ਅਲੱਗ ਗੱਲ ਹੈ। ਔਰ ਦੂਜੀ ਗੱਲ ਮੈਨੂੰ ਜਿਹੜੀ ਨਜ਼ਰ ਆਉਂਦੀ ਹੈ ਕਿ ਪੋਲਿਟਿਕਸ ਆਫ ਅਪੋਲੋਜੀਜ਼ ਤੋਂ ਅਸੀਂ ਹੁਣ ਪੋਲਿਟਿਕਸ ਆਫ ਅਕਾਊਂਟੇਬਿਲਿਟੀ ਵੱਲ ਤੁਰ ਰਹੇ ਹਾਂ। ਪਹਿਲੇ ਤਾਂ ਵਨ ਗੁੱਡ ਥਿੰਗ, ਹਾਂ ਵਨ ਅਨਦਰ ਜਿਹੜੀ ਦੂਜੀ ਆਈ। ਤੀਸਰੀ ਜਿਹੜੀ ਮੈਨੂੰ ਆਈ ਹੈ ਚੰਗੀ ਗੱਲ ਲੱਗਦੀ ਹੈ, ਇਹ ਕਰਤਾਰਪੁਰ ਕਾਰੀਡੋਰ ਨਾਲ ਵੀ ਜੁੜੀ ਹੋਈ ਗੱਲ ਹੈ ਕਿ ਜੇ ਕਹਿੰਦੇ ਨੇ ਵੀ ਆਈ ਲਵ ਮਾਈ ਨੇਸ਼ਨ, ਉਹਨੇ ਅਲਬਰਟ ਕਾਮੂ ਦਾ ਜੀ ਐਂਡ ਜਸਟਿਸ ਟੂ ਜੀ ਉਹਨੇ ਕਿਹਾ ਮੈਂ ਆਪਣੇ ਦੇਸ਼ ਨੂੰ ਤਾਂ ਪਿਆਰ ਕਰਦਾ ਪਰ ਇਨਸਾਫ ਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਕਰਦਾ। ਹੁਣ ਜੇ ਇਹ ਜਿਹੜੀ ਗੱਲ ਹੈ ਕਿ ਜਦੋਂ ਤੁਸੀਂ ਆਪਣੇ 1984 ਦੇ ਦੰਗੇ ਦੇ ਪੀੜਤ ਲੋਕ ਸੀ, ਦੰਗੇ ਕਹਿ ਲਓ ਜੈਨੋਸਾਈਡ ਮੈਸੈਕਰ ਹੈ ਜਿਹੜਾ ਉਹ ਹੋਇਆ ਸੀ, ਉਹਦੇ ਲੋਕਾਂ ਨੂੰ ਹੁਣ સુધી ਸਜ਼ਾ ਦੇਣ ਲੱਗ ਗਈ ਹੈ ਸਿਸਟਮ। ਇੱਕ ਤਾਂ ਲੋਕਾਂ ਦਾ ਸਿਸਟਮ ਦੇ ਵਿੱਚ ਹੋਪ ਜਾਗ ਗਈ, ਜਸਟਿਸ ਮਿਲ ਸਕਦਾ, ਪਰ ਉਹਦੇ ਨਾਲ ਜਿਹੜਾ ਕਿਹਾ ਜਾਂਦਾ ਕਿ ਪਾਕਿਸਤਾਨ ਦਾ ਡਿਜ਼ਾਈਨ ਹੈ ਉਹ ਕਰਤਾਰਪੁਰ ਦਾ, ਉਹ ਇੱਥੇ ਕੁਝ ਲੋਕਾਂ ਨੂੰ ਮਿਸਲੀਡ ਕਰਕੇ ਆਪਣੇ ਨਾਲ ਜੋੜਨਾ ਚਾਹੁੰਦੇ ਨੇ। ਜੇ ਤਾਂ ਆਪਣੇ ਦੇਸ਼ 'ਚ ਲੋਕਾਂ ਨੂੰ ਇਨਸਾਫ ਮਿਲੇ, ਉਹਨਾਂ ਦੀ ਹੋਪ ਬਣੀ ਰਵੇ, ਤੇ ਪਾਕਿਸਤਾਨ ਦਾ ਕੋਈ ਡਿਜ਼ਾਈਨ ਕਾਮਯਾਬ ਨਹੀਂ ਹੋ ਸਕਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਇੱਕ ਫੈਸਲਾ ਆਇਆ ਹੈ ਔਰ ਇਸ ਫੈਸਲੇ 'ਚ ਹੋਪ ਜਾਗੀ ਹੈ ਔਰ ਸਾਰੇ ਪਾਸੇ ਕੰਸੈਂਸਸ ਹੋਇਆ ਕਿ ਵੀ ਸਾਨੂੰ ਇਹੋ ਜਿਹੇ ਫੈਸਲੇ ਕਰਨੇ ਚਾਹੀਦੇ ਨੇ। ਮੈਨੂੰ ਲੱਗਦਾ ਵੀ ਇਹ ਇੱਕ ਤਰ੍ਹਾਂ ਦਾ
ਆਪਣੇ ਤਰ੍ਹਾਂ ਦਾ ਇਹ ਜਸਟਿਸ ਵੀ ਨੈਸ਼ਨਲਿਜ਼ਮ ਬਣ ਜਾਂਦਾ ਹੈ ਔਰ ਉਹ ਦੂਜੇ ਜਿਹੜੀ ਡਿਜ਼ਾਈਨ ਨੇ ਪਾਕਿਸਤਾਨ ਦੇ ਉਹਨੂੰ ਡਿਫੀਟ ਕਰਦਾ ਹੈ। ਸਾਨੂੰ ਇਸ ਕਰਕੇ ਡਰਨ ਦੀ ਲੋੜ ਨਹੀਂ ਕਿ ਪਾਕਿਸਤਾਨ ਦਾ ਕੀ ਡਿਜ਼ਾਈਨ ਹੈ ਕਰਤਾਰਪੁਰ 'ਚ, ਇਹਦੇ ਬਾਰੇ ਸੋਚਣ ਦੀ ਲੋੜ ਨਹੀਂ, ਪਰ ਸੋਚਣ ਦੀ ਇਹ ਲੋੜ ਹੈ ਕਿ ਕੀ ਆਪਣੇ ਦੇਸ਼ 'ਚ ਆਪਾਂ ਜਿਹੜੇ ਮਿਨੋਰਿਟੀ ਨੇ ਜਾਂ ਇਦਾਂ ਦੇ ਜਿਨ੍ਹਾਂ ਦੇ ਹੱਕ ਜਿਹੜੇ ਵਾਇਲੇਟ ਹੁੰਦੇ ਨੇ ਕਿ ਉਹਨਾਂ ਨੂੰ ਜਸਟਿਸ ਦੇਣ ਦੇ ਕਾਬਲ ਹੈਗੇ ਆ ਜਾਂ ਸਾਡੇ ਸਿਸਟਮ 'ਚ ਕੈਪੈਸਿਟੀ ਹੈ ਕਿ ਨਹੀਂ ਹੈ। ਔਰ ਦੰਗਾ ਪੀੜਤਾਂ ਨੂੰ ਵਗੈਰਾ ਸੋਚਣਾ ਚਾਹੀਦਾ ਕਿ ਸਾਡੇ ਵਾਂਗ ਜਿਹੜੇ ਲੋਕ ਹੋਰ ਦੰਗਾ ਪੀੜਤ ਹੋਏ, ਚਾਹੇ ਉਹ ਗੁਜਰਾਤ ਵਿੱਚ ਹੋਣ, ਤਾਂ ਫਿਰ ਉਹਨਾਂ ਲਈ ਵੀ ਆਵਾਜ਼ ਉੱਠੇ। ਜੇ ਨਾਰਥ ਈਸਟ ਦੇ ਵਿੱਚ ਉਹ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਦੇ ਵਿਕਟਮ ਬਣਦੇ ਨੇ ਤਾਂ ਉਹਨਾਂ ਲਈ ਆਵਾਜ਼ ਉੱਠੇ। ਜੇ ਕਸ਼ਮੀਰ ਦੇ ਵਿੱਚ ਡਿਸਅਪੀਅਰੈਂਸਿਸ ਹੁੰਦੀਆਂ ਨੇ ਤਾਂ ਉਹਨਾਂ ਲਈ ਆਵਾਜ਼ ਉੱਠੇ। ਤੇ ਥੋੜੀ ਜਿਹੀ ਐਂਟੀ ਨੈਸ਼ਨਲ ਗੱਲ ਹੀ ਕਰ ਰਹਾ, ਜੇ ਪਾਕਿਸਤਾਨ ਦੇ ਵਿੱਚ ਫੌਜ ਉੱਥੋਂ ਦੇ ਲੋਕਾਂ ਨਾਲ ਮਾੜਾ ਕਰੀ ਜਾਂਦੀ ਹੈ ਤੇ ਉੱਥੋਂ ਦਾ ਗਰੀਬ ਜਿਹੜਾ ਉਹ ਸਿਸਟਮ ਵਿੱਚ ਪੀਸਿਆ ਜਾ ਰਿਹਾ ਹੈ, ਤੇ ਸਾਡੇ ਕੋਲ ਤੇ ਫਿਰ ਮਾਨਵਤਾ ਦਾ ਧਰਮ ਹੈ, ਸਿੱਖ ਧਰਮ ਹੈ, ਤੇ ਫਿਰ ਤਾਂ ਉਹਦੇ ਲਈ ਵੀ ਆਵਾਜ਼ ਉੱਠਣੀ ਚਾਹੀਦੀ। ਫਿਰ ਤਾਂ ਹਿੰਦੂ ਧਰਮ ਜਿਹੜਾ ਉਹ ਮਤਲਬ ਪੂਰੇ ਸੰਸਾਰ ਨੂੰ ਆਪਣੇ ਕਲਾਵੇ 'ਚ ਲੈ ਕੇ ਚੱਲਦਾ, ਉਹਨਾਂ ਲਈ ਵੀ ਆਵਾਜ਼ ਉੱਠਣੀ ਚਾਹੀਦੀ ਹੈ। ਫਿਰ ਪਾਕਿਸਤਾਨ ਦੇ ਉਸ ਗਰੀਬ ਬਾਰੇ ਵੀ ਉਹਦੇ ਲਈ ਵੀ ਜ਼ਿੰਦਾਬਾਦ ਦਾ ਨਾਰਾ ਉੱਠਣਾ ਚਾਹੀਦਾ। ਤੇ ਇਹਨੇ ਤੇ ਤਾਂ ਮੇਰੀਆਂ ਕੋਈ ਲੱਤਾਂ ਤੋੜ ਦੇਗਾ ਨਹੀਂ, ਇਹ ਰਾਜਨੀਤੀ ਦਾ ਇੰਨੀ ਜਗ੍ਹਾ ਨਹੀਂ ਛੱਡਦਾ। ਜਿਹੜਾ ਨਾ ਜਿਹਨੂੰ ਅਸੀਂ ਕੰਪਰੀਹੈਂਸਿਵ ਸਿਕਿਉਰਿਟੀ ਕਹਿੰਦੇ ਆ ਜੀ, ਉਹ ਇਹ ਹੈ ਕਿ ਉੱਥੇ ਦੀ ਗੁਰਬਤ ਤੇ ਇੱਥੇ ਦੀ ਗੁਰਬਤ ਉਹਦਾ ਕੋਈ ਧਰਮ ਨਹੀਂ ਹੈ। ਗੁਰਬਤ ਹੈ। ਔਰ ਹੋਰ ਤੁਹਾਨੂੰ ਮੈਂ ਇਹਦੇ ਉੱਪਰ ਦੱਸਦਾ, ਜਿਹੜੀ ਮਾਰਕੀਟ ਹੈ ਉਹ ਵੀ ਸੈਕੂਲਰ ਹੈ ਜਿਵੇਂ ਗੁਰਬਤ ਸੈਕੂਲਰ ਹੈ। ਉਹ ਇੱਕੋ ਜਿਹੇ ਤਰੀਕੇ ਨਾਲ ਹੀ ਜ਼ੁਲਮ ਕਰਦੀ ਹੈ। ਜੇ ਹੁਣ ਤੁਸੀਂ ਮਾਰਕੀਟ ਦੀ ਸਾਈਡ ਤੇ ਖੜੇ ਹੋਣਾ ਹੈ ਕਿ ਗੁਰਬਤ ਦੀ ਸਾਈਡ ਤੇ ਖੜੇ ਹੋਣਾ, ਇਹ ਤੁਹਾਡੀ ਚੁਆਇਸ ਹੈ। ਜੇ ਮਾਰਕੀਟ ਜਿਹੜੀ ਹੈ ਉਹ ਹੁਣ ਸਟੇਟ ਨੇ ਜਦੋਂ ਸਰੈਂਡਰ ਕਰਤਾ ਮਾਰਕੀਟ ਅੱਗੇ ਜੀ ਕਿ ਕਿਹੜੇ ਗਰੀਬ ਦੇ ਨਾਲ, ਕਿਸ ਦੀ ਗਰੀਬੀ ਨਾਲ ਜੁੜਨਾ ਔਰ ਕਿਸ ਦੀ ਗਰੀਬੀ ਨਾਲ ਨਹੀਂ ਜੁੜਨਾ, ਜੇ ਉਹਨੇ ਸਿਰਫ ਅੰਬਾਨੀ ਦੀ ਗਰੀਬੀ ਨਾਲ ਜੁੜਨਾ ਹੈ ਉਸ ਮਾਰਕੀਟ ਨੇ, ਤੇ ਉਹ ਮਾਰਕੀਟ ਦੀ ਚੁਆਇਸ ਹੈ। ਹੁਣ ਅਸੀਂ ਜੇ ਉਸ ਗੁਰਬਤ ਨਾਲ ਜੁੜ ਕੇ ਮਾਰਕੀਟ ਨੂੰ ਡਿਕਟੇਟ ਕਰਨਾ ਹੈ ਵੀ ਨਹੀਂ ਇਸ ਗਰੀਬੀ ਨੂੰ ਖਤਮ ਕਰਨ ਲਈ ਪਾਲਿਸੀ ਲਿਆਣੀ ਹੈ, ਇਹ ਇੱਕ ਰਾਜਨੀਤੀ ਦੇ ਵਿੱਚ ਚੁਆਇਸ ਹੈ। ਹੁਣ ਇਹ ਜਿਹੜੇ ਰਾਜਨੀਤਿਕ ਦਲ ਹੈ ਕੀ ਉਸ ਚੁਆਇਸ ਨੂੰ ਐਕਸਰਸਾਈਜ਼ ਕਰ ਪੈਣਗੇ? ਇਹ 2019 ਦੇ ਵਿੱਚ ਇਸ ਡਿਸਕੋਰਸ ਦਾ ਮਸਲਾ ਇਹ ਬਣਨਾ ਚਾਹੀਦਾ ਹੈ ਕਿ ਜੇ ਨਹੀਂ ਬਣਦਾ। ਕੀ 2019 ਬਾਰੇ ਤੁਸੀਂ ਸਿਨਿਕਲ ਹੋ ਜਾਂ ਹੋਪਫੁਲ ਹੋ? ਦੇਖੋ, ਮੈਂ ਹਮੇਸ਼ਾ ਹੀ ਹੋਪਫੁਲ ਰਿਹਾ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਅਪਰਚੂਨਿਟੀ ਬੜੀ ਹੁੰਦੀ ਆਪਣੀ ਗੱਲ ਕਹਿਣ ਦੀ ਔਰ ਲੋਕਾਂ ਨੂੰ ਮੋਬਿਲਾਈਜ਼ ਕਰਨ ਦੀ, ਔਰ ਹੋਪ ਜਿਹੜੀ ਹੈ ਉਹ ਤੁਹਾਨੂੰ ਆਪਣੀ ਵਿਚਾਰਧਾਰਾ ਉਸ ਕਿਸੇ ਆਈਡੀਓਲੋਜੀ ਨਾਲ ਜੁੜਨ ਦੇ ਨਾਲ ਹੋਪ ਮਿਲਦੀ ਹੈ ਔਰ ਉਸ ਡਿਸਕੋਰਸ ਨੂੰ ਅੱਗੇ ਲਿਜਾਣ ਲਈ ਮਿਲਦੀ ਹੈ। ਜਿਵੇਂ ਮੈਂ ਗੱਲ ਕਹੀ ਕਿ ਵੀ ਜੇ ਤੁਸੀਂ ਇਹ ਅਸੀਂ ਡੋਲਸ ਦਿੰਦੇ ਹਾਂ, ਅਸੀਂ ਉਹਨਾਂ ਨੂੰ ਖੁਰਾਕ ਦਿੰਦੇ ਹਾਂ ਲੋਕਾਂ ਨੂੰ, ਜੇ ਅਸੀਂ ਇਹ ਸੋਚੀਏ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਿਸਟਮ ਦੇ ਵਿੱਚ ਹਿੱਸਾ ਭਰ ਕੇ ਉਹਨਾਂ ਨੂੰ ਖੁਰਾਕ ਦੇਣ ਦੀ ਲੋੜ ਹੀ ਨਾ ਪਵੇ, ਆਪਣੀ ਇਨਕਮ ਉਹਨਾਂ ਨੂੰ ਇਨਾਮ ਪਾਵਰ ਕੀਤਾ ਜਾਵੇ, ਉਹਦੇ ਲਈ ਤੁਸੀਂ ਕੀ ਪਾਲਿਸੀਜ਼ ਹੈਗੀਆਂ, ਇਸ ਬਾਰੇ ਗੱਲਬਾਤ ਹੋਏਗੀ। 2019 ਦੇ ਵਿੱਚ ਜਿਹੜੇ ਇੰਟੈਲੈਕਚੁਅਲਸ ਨੇ, ਦੂਸਰੇ ਲੋਕ ਨੇ, ਸਾਰਿਆਂ ਨੂੰ ਰੇਜ਼ ਕਰਨਾ ਚਾਹੀਦਾ ਹੈ ਮੁੱਦਾ ਵੀ ਕਿਸ ਤਰ੍ਹਾਂ ਲੋਕਾਂ ਨੂੰ ਇੰਟੀਗ੍ਰੇਟ ਕਰੋ ਸਿਸਟਮ ਦੇ ਨਾਲ ਔਰ ਮਾਰਕੀਟ ਡਿਕਟੇਟ ਨਾ ਕਰੇ। ਮਾਰਕੀਟ ਸ਼ੁੱਡ ਨਾਟ ਬੀ ਸੋਵਰੀਅਨ। ਜਿਵੇਂ ਹੁਣ ਉਹ ਕਿਹਾ ਜਾਇਆ ਵੀ ਸਾਡੇ ਫਾਈਨਾਂਸ ਮਿਨਿਸਟਰ ਕਹਿ ਰਹੇ ਸੀ ਕਿ ਸਟੇਟ ਇਜ਼ ਸੋਵਰੀਅਨ RBI ਦੇ ਰਿਜ਼ਰਵਿਸ ਜੀ, ਤੇ ਫਿਰ ਜੇ ਸਟੇਟ ਸੋਵਰੀਅਨ ਹੈ, ਕਹਿੰਦਾ ਕਿ RBI ਜਾਂ ਇੰਸਟੀਟਿਊਸ਼ਨ ਆਟੋਨੋਮਸ ਨਹੀਂ ਹੁੰਦੇ, ਉਹਦਾ ਤਰੀਕਾ ਹੁੰਦਾ ਕਿ ਸਟੇਟ ਸੋਵਰੀਅਨ ਹੋਵੇ। ਨਹੀਂ, ਸਟੇਟ ਸੋਵਰੀਅਨ ਹੈ, ਤੇ ਜੇ ਉਹਨਾਂ ਨੂੰ ਕਿਹਾ ਜਾਵੇ ਵੀ ਇਹੀ ਗੱਲ ਮਾਰਕੀਟ ਨੂੰ ਦੱਸੋ ਕਿ ਸਟੇਟ ਸੋਵਰੀਅਨ ਹੈ, ਤੇ ਤੁਸੀਂ ਪ੍ਰਾਈਵੇਟਾਈਜੇਸ਼ਨ ਸੋਵਰਨਟੀ ਜਿਹੜੀ ਉਹ ਲਗਾਤਾਰ ਡਿਲੀਟ ਹੋ ਰਹੀ ਹੈ, ਤੁਸੀਂ ਉੱਥੇ ਪ੍ਰਾਈਵੇਟਾਈਜੇਸ਼ਨ ਵੱਲ ਜਾ ਰਹੇ ਹੋ, ਤਾਂ ਸਟੇਟ ਆਪਣੀ ਸੋਵਰਨਿਟੀ ਸਰੈਂਡਰ ਕਰਦੀ ਹੈ ਕਿ ਇਹ ਗੱਲ ਜਾ ਕੇ ਵਰਲਡ ਬੈਂਕ ਤੇ ਆਈ ਹੈ, ਤੁਸੀਂ ਸਬਸਿਡੀ ਦਿੰਦੇ ਹੋ ਆਪਣਾ ਪ੍ਰਾਈਵੇਟ ਹਸਪਤਾਲ ਨੂੰ, ਤੇ ਗਰੀਬ ਨੂੰ ਕਹਿੰਦੇ ਹੋ ਤੂੰ ਹੁਣ ਜਾ ਕੇ ਆਪਣਾ ਦਵਾਈ ਹੈਲਥ ਸੈਂਟਰ ਜਾ ਦਵਾਈ ਲੈ ਕਿੱਥੋਂ ਲਿਓ, ਆਯੁਸ਼ ਭਾਰਤ ਦੇ ਸਕੀਮ ਤੇ ਲਿਆ ਜਾਓ। ਸੋ ਮੈਨੂੰ ਇਹ ਲੱਗਦਾ ਵੀ ਇਹ ਕੰਟਰਡਿਕਸ਼ਨ ਜਿਹੜੀ ਹੈ ਬੜੀ ਨਜ਼ਰ ਆਉਂਦੀ ਹੈ। ਡਾਕਟਰ ਸਾਹਿਬ ਇਸ ਤਰ੍ਹਾਂ ਵੀ ਕ੍ਰਿਸਮਸ ਤੇ ਆਈ ਗਿਆ ਤੇ ਮਈ ਤੱਕ ਦੀ ਡੇਟ ਹੈ ਤੇ ਅਪ੍ਰੈਲ ਵਗੈਰਾ ਦੇ ਵਿੱਚ ਤਾਂ ਅਨਾਉਂਸਮੈਂਟ ਹੋ ਜਾਏਗੀ, ਤਾਂ ਲਗਭਗ 100 ਕੁ ਦਿਨ ਬਚੇ ਆ। 100 ਦਿਨ 'ਚ BJP ਪੂਰਾ ਜ਼ੋਰ ਲਾ ਲਵੇ ਟੂ ਫਾਈਟ ਬੈਕ। ਇਹ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੇ ਨਤੀਜਿਆਂ ਤੋਂ ਬਾਅਦ ਕੀ ਸਬਕ ਸਿੱਖਦੇ ਆ, ਕਿਵੇਂ ਫਾਈਟ ਬੈਕ ਕਰਦੇ ਆ। 100 ਦਿਨ ਇਸ ਆਪੋਜੀਸ਼ਨ ਕੋਲ ਨੇ ਕਿ ਇਸ ਲੜਾਈ ਨੂੰ ਕਿੱਥੋਂ ਤੱਕ ਅੱਗੇ ਲੈ ਕੇ ਜਾਣਾ ਹੈ। 100 ਦਿਨ ਆਪਣੇ ਦਰਸ਼ਕਾਂ ਦੇ ਕੋਲ ਨੇ ਇਸ ਸਾਰੀ ਸਿਆਸਤ ਨੂੰ ਸਮਝਣ ਲਈ, ਤੇ ਫਿਰ ਤੁਸੀਂ ਉਹ EVM ਦੇ ਕੋਲ ਜਾਣਾ ਤੇ ਇਸ ਤਰੀਕੇ ਦੇ ਨਾਲ ਨਤੀਜੇ ਆਣੇ ਚਾਹੀਦੇ ਨੇ ਕਿ ਹਰ ਵਾਰੀ ਜਦੋਂ ਤੁਸੀਂ ਬਟਨ ਦਬੋ ਤਾਂ ਉਹ ਤੁਸੀਂ ਆਪਣੇ ਚੰਗੇ ਭਵਿੱਖ ਲਈ ਤੇ ਆਪਣੇ ਦੇਸ਼ ਦੇ ਵਿੱਚ ਚੰਗੀ ਰਾਜਨੀਤੀ ਲਈ ਦਬਾਓ। ਬਸ ਇੰਨੀ ਕੋਈ ਸਿਫਾਰਿਸ਼ ਹੈ ਜੀ। ਬਾਕੀ ਗੱਲ ਲਾਸਟ ਵਰਡ ਤੁਹਾਨੂੰ ਮੈਂ ਇੱਕ ਗੱਲ ਕਹਿ ਦਿੰਦਾ, ਮੈਂ ਨਿਊਟਨ ਫਿਲਮ ਦੇਖ ਰਿਹਾ ਸੀ, ਨਿਊਟਨ ਜਿਹਦੇ ਚ ਨਕਸਲਾਈਟਾਂ ਦੇ ਵੋਟਿੰਗ ਉੱਥੇ ਦਾਂਤੇਵਾੜਾ ਵਰਗੇ ਰੈੱਡ ਕੋਰੀਡੋਰ ਦੇ ਵਿੱਚ ਡੈਮੋਕ੍ਰੇਸੀ ਦਾ ਕੀ ਹਾਲ ਹੈ ਉਹਦੇ ਬਾਰੇ। ਤੇ ਇੱਕ ਜਦੋਂ ਖਤਮ ਹੋਣ ਲੱਗਦੀ ਮੂਵੀ, ਉਹ ਕਹਿੰਦਾ ਵੀ ਈਮਾਨਦਾਰੀ ਸਭ ਤੋਂ ਬੜਾ ਧੋਖਾ ਹੈ।
ਔਰ ਉਹ ਕਿੱਦਾਂ ਦੁੱਖ ਹੈ, ਉਹ ਕਹਿੰਦਾ ਕਿ ਜਿਹੜੇ ਮੈਂ ਟ੍ਰਾਈਬਲ ਉਹਨਾਂ ਨੂੰ ਮੈਂ ਹੋਪ ਦੇ ਕੇ ਜ਼ਬਰਦਸਤੀ ਵੋਟਾਂ ਪਵਾਈਆਂ, ਪਰ ਉਹਨਾਂ ਨੇ ਕਿ ਵੀ ਡੈਮੋਕ੍ਰੇਸੀ ਵੀ ਕੁਝ ਕਰ ਦੇਗੀ ਤੁਹਾਡੇ ਲਈ, ਪਰ ਉਹਨਾਂ ਦੇ ਵਿੱਚ ਕੁਝ ਨਾ ਹੋਇਆ, ਬੀਪ ਨਿਕਲਦੀ ਹੈ ਕੁਝ ਕਰੇਗੀ ਤੁਹਾਡੇ ਲਈ, ਜੇ ਉਹਨਾਂ ਲਈ ਕੁਝ ਨਹੀਂ ਹੋਇਆ ਤੇ ਫਿਰ ਇੱਕ ਤਰ੍ਹਾਂ ਦਾ ਧੋਖਾ। ਤੁਸੀਂ ਇਸ ਕਰਕੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਲੋਕੀ ਤੁਹਾਨੂੰ ਨਾ ਕਹਿਣ ਕਿ ਇਹਦੇ ਤੇ ਵਿਸ਼ਵਾਸ ਹੀ ਨਾ ਕਰ ਲੈਣਾ ਕਿ 2019 ਦੇ ਵਿੱਚ ਜੇ ਨਤੀਜੇ ਤੁਹਾਡੀ ਪਸੰਦ ਦੇ ਆ ਗਏ ਤੇ ਇਹਦੇ ਨਾਲ ਸੱਚਮੁੱਚ ਰਾਜਨੀਤੀ ਜਿਹੜੀ ਉਹ ਬੜੀ ਸਾਰਥਕ ਤੇ ਸੁਰਖਰੂ ਹੋ ਜਾਵੇਗੀ। ਇਹ ਸ਼ੱਕ ਤੇ ਰਾਜਨੀਤੀ ਬਾਰੇ ਸਦਾ ਤੇ ਸਦਾ ਕਾਇਮ ਰਹਿਣਾ ਚਾਹੀਦਾ। ਅੱਜ ਲਈ ਇੰਨਾ ਹੀ, ਧੰਨਵਾਦ। ਤੇ ਸੱਚੀ ਜਿੱਦਾਂ ਦਾ ਸ਼ੱਕ ਤੁਸੀਂ ਪ੍ਰਗਟ ਕਰ ਦਿੱਤਾ ਨਾ, ਰੱਬ ਰਾਖਾ।